सत श्री अकाल जी। मैं तनवीर कौर, असिस्टेंट प्रोफैसर पंजाबी एट बाबा मोहनी जी ग्रुप ऑफ कॉलेजेस लहरा मुहब्बत बठिंडा। अज मेरा बोलन का विषय है पछाण निर्माण उपर साथी समूह ਅਤੇ मीडिया संदेशों का प्रभाव, जिस दे विच असीं उप विषय के तौर पर पहला गल करांगे पछाण निर्माण उपर साथी समूहों का की प्रभाव पैंदा है। उस तो बाद गल करांगे पछाण निर्माण उपर मीडिया संदेशों का की प्रभाव पैंदा है। पछाण निर्माण ते साथी समूह के प्रभाव दे विच सब तो पहला साडे कोले ये जानकारी होनी जरूरी है कि साथी समूह की हुंदा है। साथी समूह नूं एक समाजिक समूह वजों भी परिभाषित किया जा सकता है, जिस दे मैंबरां दीआं रुचियां, समाजिक रुतबे अते उम्र इक्को जिहे हुंदे हन ते उन्हां दे समूहां दा मैंबरां दे समाजीकरण उपर प्रभाव पैंदा है। इस चीज़ नूं असीं इस तरीके नाल भी कह सकते हैं कि साथी समूह का अर्थ लोगों के एक इहो जिहे समूह तो हुंदा है जो उम्र ते समाजिक रुतबे दे विच बराबरता भी रखते हैं ते उन्हां दे नाल उन्हां दीआं जिहड़ियां रुचियां, उन्हां दी उम्र, उन्हां दा पिछोकड़ ते उन्हां दा समाजिक पੱਧਰ सारा कुछ इक्को जिहा हुंदा है। अजिहे समूह के मैंबर व्यक्ति दे विश्वासां ते व्यवहारां उपर आम तौर पर अपना असर है जिहड़ा ओह पाउंदे है। उस तो बाद असीं गल करदे हां कि साथी समूह दे विच पछाण जिहड़ी आइडेंटिटी है वो किद्दां दी हुंदी है। एक व्यक्ति दी उस दीआं विलक्षणतावां, भूमिकावां, रवैये, विश्वासां ਅਤੇ ਖਾਹਿਸ਼ਾਂ ਦੇ ਆਧਾਰ ਤੇ ਇੱਕ ਵਿਲੱਖਣ ਵਿਅਕਤੀ ਦੇ ਤੌਰ ਤੇ ਉਸ ਤੇ ਸਵੈ ਦੀ ਪਰਿਭਾਸ਼ਾ ਉਸ ਦੀ ਪਛਾਣ ਕਹਾਉਂਦੀ ਹੈ। ਮਤਲਬ ਕਿ ਜਦੋਂ ਇੱਕ ਵਿਅਕਤੀ ਜਿਹੜਾ ਸਮਾਜ ਦਾ ਮੈਂਬਰ ਹੈ, ਸਮਾਜ ਦੇ ਵਿੱਚ ਉਸ ਦੀ ਕੀ ਭੂਮਿਕਾ ਹੈ, ਉਸ ਦਾ ਕਿਹੋ ਜਿਹਾ ਸਮਾਜ ਦੇ ਪ੍ਰਤੀ ਰਵੱਈਆ ਹੈ, ਉਸ ਦੇ ਕਿਹੋ ਜਿਹੇ ਵਿਸ਼ਵਾਸ ਨੇ, ਉਸ ਦੀਆਂ ਕੀ ਖਾਹਿਸ਼ਾਂ ਨੇ, ਕੀ ਉਸ ਨੇ ਆਪਣੀਆਂ ਇੱਛਾਵਾਂ ਇੱਕ ਸਮਾਜਿਕ ਮੈਂਬਰ ਹੋਣ ਦੇ ਨਾਤੇ ਰੱਖੀਆਂ ਹੋਈਆਂ ਨੇ, ਇਹ ਸਾਰੀਆਂ ਚੀਜ਼ਾਂ ਉਸ ਨੂੰ ਸਮਾਜ ਦੇ ਵਿੱਚ ਇੱਕ ਵਿਲੱਖਣ ਸ਼ਖਸੀਅਤ ਦੇ ਤੌਰ ਤੇ ਸਾਹਮਣੇ ਲੈ ਕੇ ਆਉਂਦੀਆਂ ਨੇ ਤੇ यही विलक्षण शख्सियत उस बंदे की, उस इंसान की आइडेंटिटी बनती है, उसकी पछाण बनती है। तो इस तो बाद असी गल करते हैं कि पछाण निर्माण उपर साथी समूह के जिहड़े प्रभाव ने, प्रभाव दोनों तरह के नाल पैंदे है। एक सकारात्मक प्रभाव जिन्हां नूं असी पॉजिटिव इफैक्ट कहांगे, दूसरे हुंदे आ नकारात्मक प्रभाव। तो पहला असी करते हैं सकारात्मक प्रभाव। सकारात्मक प्रभाव दे विच पॉजिटिव प्रभावां दे विच की है कि सब तो पहला आउंदा है मनोविकार दूर हुंदे हन। ਜਦੋਂ ਅਸੀਂ ਸਾਥੀ ਸਮੂਹ ਦੇ ਵਿੱਚ ਰਹਿੰਦੇ ਹਾਂ, ਇੱਕ ਗਰੁੱਪਿਜ਼ਮ ਦੇ ਵਿੱਚ ਅਸੀਂ ਰਹਿੰਦੇ ਹਾਂ, ਤਾਂ ਉਸ ਵੇਲੇ ਜਿਹੜੀ ਸਾਡੀ ਪਛਾਣ ਹੈ, ਸਾਡੀ ਆਇਡੈਂਟੀਟੀ ਹੈ, ਉਹ ਕਿੱਦਾਂ ਦੀ ਬਣ ਜਾਂਦੀ ਹੈ ਕਿ ਸਾਡੇ ਮਨ ਦੇ ਵਿੱਚੋਂ ਬਹੁਤ ਸਾਰੇ ਮਨੋਵਿਕਾਰ ਦੂਰ ਹੋ ਜਾਂਦੇ ਆ। ਕਿਵੇਂ ਦੂਰ ਹੁੰਦੇ ਆ ਕਿ ਜਦੋਂ ਅਸੀਂ ਆਪਣੀਆਂ ਗੱਲਾਂ, ਆਪਣੀਆਂ ਖਾਹਿਸ਼ਾਂ, ਆਪਣੀਆਂ ਚਿੰਤਾਵਾਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਹਾਂ, ਆਪਣੇ ਵਿਚਾਰ ਇੱਕ ਦੂਜੇ ਨੂੰ ਦਿੰਦੇ ਹਾਂ, ਦੂਸਰਿਆਂ ਤੋਂ ਵਿਚਾਰ ਲੈਂਦੇ ਹਾਂ, ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਮਨ ਦੇ ਵਿੱਚ ਮਾਨਸਿਕ ਗੁੰਝਲਾਂ ਬਣ ਕੇ ਬੈਠ ਜਾਂਦੀਆਂ ਨੇ। ਤੇ ਜਦੋਂ ਅਸੀਂ ਸਾਥੀਆਂ ਦੇ ਸਮੂਹ ਦੇ ਵਿੱਚ ਰਹਾਂਗੇ ਤਾਂ ਸਾਡੀ ਆਇਡੈਂਟੀਟੀ ਦੇ ਵਿੱਚੋਂ, ਸਾਡੀ ਪਛਾਣ ਦੇ ਵਿੱਚੋਂ ਉਹ ਮਨੋਵਿਕਾਰ ਨੇ ਜਿਹੜੇ ਉਹ ਦੂਰ ਹੋ ਜਾਣਗੇ। ਉਸ ਤੋਂ ਬਾਅਦ ਆਉਂਦਾ ਮਾਨਸਿਕ ਤੰਦਰੁਸਤੀ। ਮਾਨਸਿਕ ਤੰਦਰੁਸਤੀ ਦੇ ਵਿੱਚ ਕੀ ਆਏਗਾ ਕਿ ਜਦੋਂ ਮਾਨਸਿਕ ਤੌਰ 'ਤੇ ਅਸੀਂ ਆਪਣਾ ਹਰ ਮਸਲਾ ਜਾਂ ਹਰ ਗੱਲ ਆਪਣੇ ਸਾਥੀਆਂ ਦੇ ਵਿੱਚ ਕਰਦੇ ਹਾਂ ਤਾਂ ਉਸ ਦੇ ਵਿੱਚ ਕੀ ਹੈ, ਅਸੀਂ ਆਪਣੀਆਂ ਚਿੰਤਾਵਾਂ ਤੋਂ ਮੁਕਤ ਵੀ ਹੋ ਜਾਂਦੇ ਹਾਂ। ਮਤਲਬ ਕਹਿਣ ਦਾ ਸਿੰਪਲੀ ਤੌਰ 'ਤੇ ਕਿ ਅਸੀਂ ਆਪਣੇ ਦੁੱਖ ਸੁੱਖ ਜਦੋਂ ਦੂਜਿਆਂ ਦੇ ਨਾਲ ਸਾਂਝੇ ਕਰਦੇ ਹਾਂ, ਦੂਸਰਿਆਂ ਨੂੰ ਦੁੱਖ ਦੱਸਣ ਦੇ ਨਾਲ ਕਹਿੰਦੇ ਨੇ ਕਿ ਜਿਹੜਾ ਦੁੱਖ ਹੈ ਉਹ ਅੱਧਾ ਰਹਿ ਜਾਂਦਾ। ਤਾਂ ਇਸ ਤਰ੍ਹਾਂ ਕਰਕੇ ਜਦੋਂ ਅਸੀਂ ਆਪਣੀਆਂ ਖਾਹਿਸ਼ਾਂ, ਆਪਣੇ ਵਿਚਾਰ, ਆਪਣੇ ਦੁੱਖ ਦਰਦ ਹੈ ਜਿਹੜੇ ਦੂਸਰਿਆਂ ਦੇ ਨਾਲ, ਸਾਥੀਆਂ ਦੇ ਨਾਲ ਸਾਂਝਾ ਕਰਾਂਗੇ ਤਾਂ ਮਾਨਸਿਕ ਤੌਰ 'ਤੇ ਅਸੀਂ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਾਂਗੇ, ਜਿਹਦੇ ਕਰਕੇ ਸਾਡੀ ਮਾਨਸਿਕ ਤੰਦਰੁਸਤੀ ਹੈ ਉਹ ਬਰਕਰਾਰ ਰਹਿੰਦੀ ਹੈ। ਉਸ ਤੋਂ ਬਾਅਦ ਅੱਗੇ ਆਉਂਦਾ ਹੈ ਅਨੁਕੂਲਨ। ਸਾਥੀ ਸਮੂਹ ਕਿਸ਼ੋਰ ਦੇ ਵਾਤਾਵਰਣ ਵਿੱਚ ਅਨੁਕੂਲਨ ਨਾਲ ਵੀ ਸਕਾਰਾਤਮਕ ਰੂਪ ਵਿੱਚ ਜੁੜੇ ਨੇ। ਇਹ ਕਿਸ਼ੋਰ ਦੀਆਂ ਅੰਦਰੂਨੀ ਤੇ ਬਾਹਰੀ ਕਿਸਮ ਦੀਆਂ ਵਿਭਿੰਨ ਲਿੰਗਕ, ਕਾਮੁਕ, ਉਮਰ ਅਤੇ ਪਰਿਵਾਰਕ ਢਾਂਚੇ ਦੀਆਂ ਵਿਸ਼ੇਸ਼ਤਾਵਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਘਟਾਉਂਦੇ ਨੇ। ਮਤਲਬ ਜਦੋਂ ਸਾਥੀ ਸਮੂਹ ਦੇ ਵਿੱਚ ਅਸੀਂ ਹੁੰਦੇ ਹਾਂ ਤਾਂ ਸਾਡੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਅਸੀਂ ਆਪਣੇ ਸਾਥੀਆਂ ਦੇ ਨਾਲ ਸਾਂਝੀਆਂ ਕਰਨੀਆਂ ਹੀ ਜ਼ਰੂਰੀ ਸਮਝਦੇ ਹਾਂ, ਜਿਸ ਦੇ ਨਾਲ ਅਨੁਕੂਲਨ ਹੁੰਦਾ ਹੈ ਅਤੇ ਸਾਡੀ ਆਇਡੈਂਟੀਟੀ ਹੈ, ਜਿਹੜੀ ਸਾਡੀ ਪਛਾਣ ਹੈ, ਉਸ ਦੇ ਵਿੱਚ ਅਨੁਕੂਲਨ ਦੀ ਜਿਹੜੀ ਹੈ ਅਨੁਕੂਲਨ ਪੈਦਾ ਹੁੰਦਾ ਹੈ। ਉਸ ਤੋਂ ਬਾਅਦ ਅੱਗੇ ਹੈ ਜੀ ਸਮਾਯੋਜਨ। ਸਮਾਯੋਜਨ ਮਤਲਬ ਐਡਜਸਟਮੈਂਟ। ਸਾਥੀ ਸਮੂਹਾਂ ਦਾ ਆਪਣੇ ਮੈਂਬਰਾਂ ਦੇ ਮਨੋਵਿਗਿਆਨਿਕ ਤੇ ਸਮਾਜਿਕ ਸਮਾਯੋਜਨ ਉੱਪਰ ਵੀ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ। ਸਾਥੀ ਸਮੂਹ ਵਿਚਲੇ ਮੈਂਬਰ
ਸਮਾਜਿਕ ਪ੍ਰਬੰਧ ਵਿੱਚ ਹੋਰਾਂ ਨਾਲ ਨਿੱਘੇ ਰਿਸ਼ਤੇ ਬਣਾਉਣਾ ਵੀ ਸਿੱਖਦੇ ਹਨ। ਮਤਲਬ ਜਦੋਂ ਅਸੀਂ ਇੱਕ ਸਾਥੀ ਸਮੂਹਾਂ ਦੇ ਵਿੱਚ ਰਹਿੰਦੇ ਹਾਂ ਤਾਂ ਉਸ ਵੇਲੇ ਕੀ ਹੈ, ਅਸੀਂ ਹਰ ਤਰ੍ਹਾਂ ਦੀ ਐਡਜਸਟਮੈਂਟ ਹੈ ਜਿਹੜੀ ਉਹ ਕਰਨੀ ਸਿੱਖ ਜਾਂਦੇ ਹਾਂ। ਉਸ ਤੋਂ ਬਾਅਦ ਸੂਚਨਾ ਦੇ ਸਰੋਤ। ਸਾਥੀ ਸਮੂਹ ਮੈਂਬਰਾਂ ਨੂੰ ਰੀਤੀ ਰਿਵਾਜਾਂ, ਸਮਾਜਿਕ ਨੇਮਾਂ ਅਤੇ ਵਿਭਿੰਨ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਬਾਰੇ ਸਿਖਾਉਣ ਲਈ ਵੀ ਮਹੱਤਤਾ ਦੇ ਧਾਰਨੀ ਹੁੰਦੇ ਹਨ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਬਹੁਤ ਸਾਰੇ ਜਿਹੜੇ ਰੀਤੀ ਰਿਵਾਜ ਸਿੱਖਦੇ ਹਾਂ, ਸਮਾਜਿਕ ਨਿਯਮ ਸਿੱਖਦੇ ਹਾਂ। ਇਹ ਉਹਨਾਂ ਨੂੰ ਆਪਣੀ ਲਿੰਗ ਭੂਮਿਕਾ ਬਾਰੇ ਵੀ ਜਾਣਕਾਰੀ ਦਿੰਦੇ ਹੈ, ਜਿਹੜੇ ਸਾਡੇ ਸੂਚਨਾ ਦੇ ਸਰੋਤ ਨੇ। ਇਸ ਤਰ੍ਹਾਂ ਲਿੰਗ ਭੂਮਿਕਾ ਨਿਭਾਉਂਦੇ ਹੋਏ ਕਿਸ਼ੋਰ ਸਮਾਜੀਕਰਨ ਦੌਰਾਨ ਲਿੰਗ ਭੇਦਾਂ, ਸਮਾਜਿਕ ਅਤੇ ਸੱਭਿਆਚਾਰਕ ਮਾਨਤਾਵਾਂ ਆਦਿ ਬਾਰੇ ਵੀ ਸਿੱਖ ਜਾਂਦੇ ਨੇ। ਮਤਲਬ ਸਾਥੀ ਸਮੂਹ ਨੇ ਜਿਹੜੇ ਉਹ ਸਾਡੇ ਲਈ ਸੂਚਨਾ ਦਾ ਸਰੋਤ ਬਣਦੇ ਨੇ। ਬਹੁਤ ਸਾਰੀਆਂ ਸੂਚਨਾਵਾਂ ਨੇ ਜਿਹੜੀਆਂ ਸਮਾਜ ਦੇ ਲਈ ਜਾਂ ਸਮਾਜ ਦੇ ਬਾਰੇ ਵਿੱਚ ਸਾਨੂੰ ਆਪਣੇ ਸਾਥੀਆਂ ਤੋਂ ਮਿਲਦੀਆਂ ਨੇ, ਜਿਹੜੀਆਂ ਸੂਚਨਾਵਾਂ ਪ੍ਰਾਪਤ ਕਰਕੇ ਅਸੀਂ ਆਪਣੀ ਆਇਡੈਂਟੀਟੀ ਹੈ ਜਿਹੜੀ ਜਾਂ ਸਾਡੀ ਪਛਾਣ ਹੈ ਉਸਨੂੰ ਉਸ ਦਾ ਨਿਰਮਾਣ ਕਰਦੇ ਹਾਂ ਜਾਂ ਸਾਡੀ ਆਪਣੀ ਪਛਾਣ ਅਸੀਂ ਬਣਾਉਂਦੇ ਹਾਂ। ਉਸ ਤੋਂ ਬਾਅਦ ਅੱਗੇ ਹੈ ਜੀ ਸਵੈ ਭਰੋਸਾ। ਸਾਥੀ ਸਮੂਹ ਕਿਸ਼ੋਰਾਂ ਨੂੰ ਬਾਲਗ ਸਮਾਜ ਵਿੱਚ ਮਾਪਿਆਂ ਦੀ ਨਿਰਭਰਤਾ ਨੂੰ ਘਟਾ ਕੇ ਅਤੇ ਉਹਨਾਂ ਅੰਦਰਲੀ ਸਵੈ ਯੋਗਤਾ ਨੂੰ ਵਧਾ ਕੇ ਅਤੇ ਵਿਸ਼ਾਲ ਸਮਾਜਿਕ ਤਾਣੇ ਬਾਣੇ ਨਾਲ ਸੰਬੰਧਿਤ ਕਰਕੇ ਜਿਉਣਾ ਸਿਖਾਉਣ ਵਿੱਚ ਸਹਾਇਤਾ ਕਰਦੇ ਨੇ। ਇਸ ਤਰ੍ਹਾਂ ਕਿਸ਼ੋਰ ਅਤੇ ਬੱਚਿਆਂ ਵਿੱਚ ਸਵੈ ਭਰੋਸਾ ਆਉਂਦਾ ਹੈ। ਜਦੋਂ ਸਾਥੀ ਸਮੂਹਾਂ ਦੇ ਰੂਪ ਦੇ ਵਿੱਚ ਅਸੀਂ ਆਪਣੇ ਸਾਥੀਆਂ ਦੇ ਨਾਲ ਰਹਿੰਦੇ ਹਾਂ ਤਾਂ ਸਾਡੇ ਅੰਦਰ ਬਹੁਤ ਸਾਰੇ ਕੰਮਾਂ ਦੀ ਯੋਗਤਾ ਹੈ ਜਿਹੜੀ ਉਹ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ। ਸਮਾਜਿਕ ਤਾਣੇ ਬਾਣੇ ਦੇ ਨਾਲ ਅਸੀਂ ਜਿਹੜਾ ਹੈ ਮੱਥਾ ਲਾਉਣਾ ਸ਼ੁਰੂ ਕਰ ਦਿੰਦੇ ਹਾਂ। ਤਾਂ ਇਸ ਤਰ੍ਹਾਂ ਆਪਣੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਆਪਣੇ ਮਾਪਿਆਂ ਦੇ ਉੱਪਰ ਨਿਰਭਰ ਘੱਟ ਹੁੰਦੇ ਹਾਂ ਅਤੇ ਆਪਣੇ ਸਾਥੀਆਂ ਦੇ ਉੱਪਰ ਨਿਰਭਰ ਜ਼ਿਆਦਾ ਹੁੰਦੇ ਹਾਂ। ਉਸ ਤੋਂ ਬਾਅਦ ਅਗਲਾ ਹੈ ਜੀ ਸਮਾਜੀਕਰਨ। ਸਾਥੀ ਸਮੂਹ ਕਿਸ਼ੋਰਾਂ ਦਾ ਸਮਾਜੀਕਰਨ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਸਾਥੀ ਸਮੂਹ ਉਹਨਾਂ ਲਈ ਸਮਾਜੀਕਰਨ ਦਾ ਇੱਕ ਇਹੋ ਜਿਹਾ ਰੂਪ ਹੈ ਜਿਸ ਉੱਪਰ ਬਾਲਗਾਂ ਵੱਡਿਆਂ ਦਾ ਨਿਯੰਤਰਣ ਨਹੀਂ ਹੁੰਦਾ। ਕਹਿਣ ਦਾ ਮਤਲਬ ਕਿ ਜਦੋਂ ਅਸੀਂ ਸਾਥੀ ਸਮੂਹ ਦੇ ਰੂਪ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੇ ਉੱਪਰ ਵੱਡਿਆਂ ਦਾ ਨਿਯੰਤਰਣ ਨਹੀਂ ਹੁੰਦਾ। ਅਸੀਂ ਆਪਣੇ ਸਾਥੀਆਂ ਦੇ ਨਾਲ ਰਹਿ ਕੇ ਹੀ ਆਪਣੀ ਜ਼ਿੰਦਗੀ ਦਾ ਹਰ ਇੱਕ ਮਸਲਾ ਹੈ ਜਿਹੜਾ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਮਾਜ ਦੇ ਨਾਲ, ਸਮਾਜ ਦੇ ਵਿੱਚ ਰਹਿ ਕੇ ਅਸੀਂ ਸਮਾਜ ਦੇ ਨਿਯਮਾਂ ਦਾ ਪਾਲਣ ਕਰਦੇ ਹਾਂ, ਸਮਾਜ ਦੇ ਵਿੱਚ ਰਹਿਣਾ ਸਿੱਖਦੇ ਹਾਂ। ਸਾਡਾ ਰਹਿਣ ਸਹਿਣ ਹੈ ਜਿਹੜਾ ਉਹ ਸਾਡੇ ਸਾਥੀਆਂ ਮੁਤਾਬਕ ਹੁੰਦਾ ਹੈ। ਤਾਂ ਇਸ ਤਰ੍ਹਾਂ ਕਰਕੇ ਸਾਥੀ ਸਮੂਹ ਨੇ ਜਿਹੜੇ ਉਹ ਸਾਡਾ ਸਮਾਜੀਕਰਨ ਕਰਨ ਦੇ ਵਿੱਚ ਵੀ ਸਾਡੀ ਮਦਦ ਕਰਦੇ ਨੇ। ਉਸ ਤੋਂ ਬਾਅਦ ਅਗਲਾ ਹੈ ਜੀ ਲਿੰਗ ਭੂਮਿਕਾਵਾਂ ਬਾਰੇ ਸਿਖਲਾਈ। ਸਾਥੀ ਸਮੂਹ ਵਿਚਲੇ ਸਾਰੇ ਮਰਦ ਅਤੇ ਪੁਰਸ਼ ਮੈਂਬਰ ਲਿੰਗ ਭੇਦਾਂ ਅਤੇ ਸਮਾਜਿਕ ਅਤੇ ਸੱਭਿਆਚਾਰਕ ਆਧਾਰਾਂ ਬਾਰੇ ਇੱਕ ਦੂਜੇ ਤੋਂ ਸਿੱਖਦੇ ਹਨ। ਤਾਂ ਇਹਦੇ ਵਿੱਚ ਕੀ ਹੈ ਕਿ ਲਿੰਗਕ ਤੌਰ 'ਤੇ ਅਸੀਂ ਕਿਹੋ ਜਿਹੀ ਭੂਮਿਕਾ ਹੈ ਜਿਹੜੀ ਆਪਣੇ ਸਮਾਜ ਪ੍ਰਤੀ, ਆਪਣੀ ਸੁਸਾਇਟੀ ਪ੍ਰਤੀ ਨਿਭਾਉਣੀ ਹੈ, ਉਸ ਦੀ ਜਾਣਕਾਰੀ ਵੀ ਸਾਨੂੰ ਸਾਡੇ ਸਾਥੀ ਸਮੂਹਾਂ ਤੋਂ ਹੀ ਮਿਲਦੀ ਹੈ। ਉਸ ਤੋਂ ਬਾਅਦ ਨੈਤਿਕਤਾ ਅਤੇ ਕਦਰਾਂ ਕੀਮਤਾਂ ਦਾ ਵਿਕਾਸ। ਸਾਥੀ ਸਮੂਹ ਵਿੱਚ ਰਹਿ ਕੇ ਬੱਚੇ ਚੰਗੇ ਅਤੇ ਮਾੜੇ ਬਾਰੇ ਸਿੱਖਦੇ ਹਨ ਅਤੇ ਇਸ ਦੇ ਨਾਲ ਹੀ ਜ਼ਿੰਦਗੀ ਦੇ ਮਹੱਤਵਪੂਰਨ ਪੱਖਾਂ ਬਾਰੇ ਵੀ ਅਨੁਭਵ ਹਾਸਲ ਕਰਦੇ ਨੇ। ਨੈਤਿਕਤਾ ਦੇ ਕਦਰਾਂ ਕੀਮਤਾਂ, ਸੱਚ ਬੋਲਣਾ, ਦੂਸਰਿਆਂ ਦੀ ਭਲਾਈ ਕਰਨਾ, ਨੇਕੀ ਕਰਨਾ, ਕਦਰਾਂ ਕੀਮਤਾਂ ਦੇ ਵਿੱਚ ਸ਼ਿਸ਼ਟਾਚਾਰ, ਵੱਡਿਆਂ ਦਾ ਆਦਰ ਕਿਵੇਂ ਕਰਨਾ ਹੈ, ਛੋਟਿਆਂ ਨਾਲ ਪਿਆਰ ਕਿਸ ਤਰ੍ਹਾਂ ਕਰਨਾ ਹੈ। ਤਾਂ ਬਹੁਤ ਸਾਰੇ ਇਹੋ ਜਿਹੇ ਨੈਤਿਕਤਾ ਭਾਵ ਸਾਡੇ ਕਰੈਕਟਰ ਦੇ ਜਿਹੜੇ ਗੁਣ ਨੇ ਉਹ ਅਸੀਂ ਆਪਣੇ ਸਾਥੀ ਦੇ ਸਮੂਹਾਂ ਦੇ ਵਿੱਚੋਂ ਹੀ ਪ੍ਰਾਪਤ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਆਤਮ ਖੋਜ। ਸਾਥੀ ਸਮੂਹਾਂ ਦੁਆਰਾ ਇਸ ਦੇ ਮੈਂਬਰਾਂ ਵਿੱਚ ਆਤਮ ਖੋਜ ਪੜਤਾਲ ਦਾ ਗੁਣ ਆਉਂਦਾ ਹੈ। ਬੱਚੇ ਆਪਣੇ ਆਪ ਲਈ ਫੈਸਲਾ ਕਰਨਾ ਸਿੱਖਦੇ ਨੇ ਅਤੇ ਆਪਣੇ ਸਵੈ ਅਸਤਿਤਵ ਨੂੰ ਉਭਾਰਨ ਵਾਲੀਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦੇ ਨੇ। ਇਸ ਤਰ੍ਹਾਂ ਬੱਚੇ ਆਪਣੇ ਸਾਥੀਆਂ ਨਾਲ ਮਤਭੇਦਾਂ ਬਾਰੇ ਵੀ ਅਨੁਭਵ ਹਾਸਲ ਕਰਦੇ ਨੇ ਅਤੇ ਇੱਕ ਦੂਜੇ ਦੇ ਸਹਿਯੋਗ ਕਰਨ ਦੇ, ਮੁਕਾਬਲਾ ਕਰਨ ਦੇ ਜਿਹੜੇ ਯੋਗ ਵੀ ਬਣ ਜਾਂਦੇ ਨੇ। ਇੱਕ ਦੂਜੇ ਦਾ ਉਹ ਸਹਿਯੋਗ ਵੀ ਕਰਦੇ ਨੇ, ਇੱਕ ਦੂਜੇ ਦੇ ਨਾਲ ਮੁਕਾਬਲਾ ਵੀ ਕਰਦੇ ਨੇ। ਜਦੋਂ ਫਿਰ ਇੱਦਾਂ ਦੀਆਂ ਪਰਿਸਥਿਤੀਆਂ ਉਹਨਾਂ ਦੇ ਸਾਹਮਣੇ ਆਉਂਦੀਆਂ ਨੇ ਤਾਂ ਉਹ ਆਪਣੇ ਆਪ ਦੀ ਖੋਜ ਕਰਨੀ ਵੀ ਸਿੱਖ ਜਾਂਦੇ ਹੈ। ਉਸ ਤੋਂ ਬਾਅਦ ਬੌਧਿਕ ਕਿਸਮ ਦੇ ਪ੍ਰਭਾਵ। ਬੌਧਿਕ ਕਿਸਮ ਦੇ ਪ੍ਰਭਾਵਾਂ ਦੇ ਵਿੱਚ ਕੀ ਹੈ ਕਿ ਜਦੋਂ ਕਿਸ਼ੋਰ ਅਮੂਰਤ ਰੂਪ ਵਿੱਚ ਸੋਚਣ ਦੇ ਯੋਗ ਹੋ ਜਾਂਦੇ ਨੇ ਤਾਂ ਤਰਕ ਕਰਨਾ ਸ਼ੁਰੂ ਕਰ ਦਿੰਦੇ ਹੈ ਅਤੇ ਇਹ ਸਮਾਂ ਉਹਨਾਂ ਦੀ ਸੰਭਾਵਿਤ ਪਛਾਣ ਲਈ ਖੋਜ ਅਤੇ ਛਾਣਬੀਨ ਦਾ ਸਮਾਂ ਹੁੰਦਾ ਹੈ। ਬੌਧਿਕ ਕਿਸਮ, ਬੌਧਿਕਤਾ ਦੇ ਪੱਧਰ ਦੇ ਉੱਪਰ ਫਿਰ ਜਦੋਂ ਸਾਥੀ ਸਮੂਹਾਂ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਜਿਹੜੇ ਉਹ ਛੋਹੇ ਜਾਂਦੇ ਨੇ, ਬਹੁਤ ਸਾਰੇ ਮਸਲਿਆਂ 'ਤੇ, ਬਹੁਤ ਸਾਰੀਆਂ ਗੱਲਾਂ 'ਤੇ ਵਿਚਾਰ ਚਰਚਾ ਜਿਹੜੀ ਕੀਤੀ ਜਾਂਦੀ ਹੈ ਅਤੇ ਜਿਹੜੇ ਸਾਥੀ ਸਮੂਹ ਹੁੰਦੇ ਆ ਉਹਨਾਂ ਦੇ ਵਿੱਚ ਸਾਥੀ ਜਾਂ ਕਿਸ਼ੋਰ ਨੇ ਜਿਹੜੇ ਉਹ ਇੱਕ ਦੂਜੇ ਦੀਆਂ ਗੱਲਾਂ ਦੇ ਉੱਪਰ ਤਰਕ ਵਿਤਰਕ ਕਰਨੇ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਉਹਨਾਂ ਦੇ ਬੌਧਿਕਤਾ ਦੇ ਪ੍ਰਭਾਵ ਨੇ ਜਿਹੜੇ ਉਹਨਾਂ ਉੱਤੇ ਪੈਂਦੇ ਨੇ। ਦੂਜਿਆਂ ਨੂੰ ਸਮਝਣ ਦੀ ਯੋਗਤਾ ਵਿੱਚ ਵਾਧਾ। ਜਦੋਂ ਸਮੂਹ ਵਿੱਚ ਵਿਚਰਦੇ ਹੋਏ ਕਿਸ਼ੋਰ ਅੰਦਰ
ਆਪਣੇ ਬਾਰੇ ਜਿਹੜੀ ਸਮਝ ਹੈ ਉਹ ਆ ਜਾਂਦੀ ਹੈ, ਉਹ ਦੂਜਿਆਂ ਬਾਰੇ ਵੀ ਉਸੇ ਤਰ੍ਹਾਂ ਦੀ ਦ੍ਰਿਸ਼ਟੀ ਹੈ ਜਿਹੜੀ ਧਾਰਨ ਕਰ ਲੈਂਦਾ ਹੈ। ਇਹ ਸਮਝ ਕਿਸੇ ਦੀ ਆਪਣੀ ਦ੍ਰਿਸ਼ਟੀ ਉੱਪਰ ਨਿਰਭਰ ਕਰਦੀ ਹੈ। ਜਿੰਨਾ ਕੋਈ ਸਵੈ ਬਾਰੇ ਸੋਚ ਰੱਖਦਾ ਹੁੰਦਾ ਹੈ, ਓਨੀ ਹੀ ਉਹ ਦੂਜਿਆਂ ਬਾਰੇ ਵੀ ਸਮਝ ਰੱਖਦਾ ਹੈ। ਇਸ ਤਰ੍ਹਾਂ ਕਰਕੇ ਜਿੰਨੀ ਜਾਣਕਾਰੀ ਸਾਥੀ ਸਮੂਹ ਦੇ ਵਿੱਚ ਰਹਿ ਕੇ ਇੱਕ ਕਿਸ਼ੋਰ ਨੂੰ ਆਪਣੇ ਬਾਰੇ ਹੁੰਦੀ ਹੈ, ਓਨੀ ਜਾਣਕਾਰੀ ਹੀ ਉਸ ਨੂੰ ਆਪਣੇ ਨਾਲ ਦੇ ਸਾਥੀਆਂ ਬਾਰੇ ਵੀ ਹੋ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਪਛਾਣ ਨਿਰਮਾਣ ਉੱਪਰ ਸਾਥੀ ਸਮੂਹ ਦੇ ਨਕਾਰਾਤਮਕ ਪ੍ਰਭਾਵ, ਮਤਲਬ ਨੈਗੇਟਿਵ ਪ੍ਰਭਾਵ ਵੀ ਕੁਝ ਪੈਂਦੇ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਜੋਖਮ ਭਰਪੂਰ ਵਿਵਹਾਰ। ਸਾਥੀ ਸਮੂਹ ਦਾ ਵਧੇਰੇ ਨਕਾਰਾਤਮਕ ਪ੍ਰਭਾਵ ਕਿਸ਼ੋਰਾਂ ਵਿੱਚ ਜੋਖਮ ਭਰਪੂਰ ਵਿਵਹਾਰ ਬਣਾਉਣ ਨਾਲ ਸੰਬੰਧਿਤ ਹੁੰਦਾ ਹੈ, ਜਿਵੇਂ ਕਿ ਗਾਲਾਂ ਕੱਢਣੀਆਂ, ਸ਼ਰਾਬ ਪੀਣੀ, ਉਜਾੜਾ ਕਰਨਾ, ਚੋਰੀ ਕਰਨੀ, ਨਜਾਇਜ਼ ਸੰਬੰਧ ਬਣਾਉਣੇ, ਸਕੂਲ ਛੱਡਣਾ ਆਦਿ। ਬਹੁਤ ਸਾਰੇ ਹੋਰ ਇਹੋ ਜਿਹੇ ਜੋਖਮ ਭਰੇ ਤਰੀਕੇ ਨੇ ਜਿਹੜੇ ਉਹ ਸਾਥੀ ਸਮੂਹਾਂ ਦੇ ਵਿੱਚ ਅਪਣਾਏ ਜਾਂਦੇ ਨੇ। ਇਸ ਦਾ ਨਤੀਜਾ ਕੀ ਹੁੰਦਾ ਹੈ ਕਿ ਉਹ ਸਮੂਹ ਦੀ ਯੋਗਤਾ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਸੇ ਵਿਅਕਤੀ ਨੂੰ ਸਮੂਹ ਦੇ ਨੇਮ ਤੇ ਵਰਤੋਂ ਵਿਵਹਾਰ ਮੰਨਣ ਲਈ ਕਿੰਨਾ ਪ੍ਰਭਾਵਿਤ ਕਰਦਾ ਹੈ ਤੇ ਕਿੰਨਾ ਦਬਾਅ ਪਾਉਂਦਾ ਹੈ। ਉਸ ਤੋਂ ਬਾਅਦ ਹੈ ਭਾਵੁਕ ਅਸਥਿਰਤਾ। ਸਮੱਸਿਆਵਾਂ ਪ੍ਰਤੀ ਭਾਵੁਕ ਪ੍ਰਤੀਕਿਰਿਆਵਾਂ ਅਤੇ ਭਾਵੁਕ ਅਸਥਿਰਤਾ ਸਮਸਤਰ ਸਾਥੀਆਂ ਅੰਦਰ ਸਰੀਰਕ ਹਿੰਸਾਤਮਕ ਕਿਰਿਆਵਾਂ ਨਾਲ ਸੰਬੰਧ ਰੱਖਦੇ ਨੇ। ਤਾਂ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਸਾਥੀ ਸਮੂਹਾਂ ਦੇ ਵਿੱਚ ਜਦੋਂ ਇਮੋਸ਼ਨਲ ਤੌਰ 'ਤੇ ਅਟੈਚਮੈਂਟ ਹੈ ਜਿਹੜੀ ਉਹ ਹੋ ਜਾਂਦੀ ਹੈ, ਅਟੈਚਮੈਂਟ ਹੋਣ ਦੇ ਨਾਲ ਉਹ ਕਈ ਸਾਰੇ ਗਲਤ ਰਸਤਿਆਂ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦੇ ਵਿੱਚ ਭਾਵੁਕ ਤੌਰ 'ਤੇ ਸਥਿਰਤਾ ਹੈ ਜਿਹੜੀ ਉਹ ਨਹੀਂ ਰਹਿੰਦੀ, ਇਮੋਸ਼ਨਲ ਤੌਰ 'ਤੇ ਉਹ ਆਪਣੇ ਮਾਨਸਿਕਤਾ ਨੂੰ ਇੱਕ ਜਗ੍ਹਾ ਦੇ ਉੱਪਰ ਸਥਿਰ ਨਹੀਂ ਰੱਖ ਪਾਉਂਦੇ। ਉਸ ਤੋਂ ਬਾਅਦ ਹੈ ਸਮਾਜਿਕ ਅਸਥਿਰਤਾ। ਸਮਾਜਿਕ ਇਕੱਲਤਾ ਜਾਂ ਫਿਰ ਸਮਾਜਿਕ ਤਾਣੇ ਬਾਣੇ ਵਿੱਚ ਸ਼ਾਮਲ ਨਾ ਹੋਣ ਦੀ ਅਯੋਗਤਾ ਕਿਸ਼ੋਰ ਅੰਦਰ ਵਿਭਿੰਨ ਵਿਕਾਰਾਂ ਤੇ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ, ਜੋ ਕਦਾਚਾਰਤਾ ਤੋਂ ਨਿਰਾਸ਼ਤਾ ਤੱਕ ਹੋ ਸਕਦੀਆਂ ਹਨ। ਤਾਂ ਇਸ ਦਾ ਮਤਲਬ ਕੀ ਹੈ ਕਿ ਕਈ ਵਾਰੀ ਸਾਥੀ ਸਮੂਹ ਹੈ ਜਿਹੜਾ ਉਹ ਸਮਾਜ ਦੇ ਵਿੱਚ ਰਹਿਣ ਦੇ ਲਈ ਆਪਣੇ ਕਿਸੇ ਵੀ ਸਾਥੀ ਜਾਂ ਕਿਸ਼ੋਰ ਦੇ ਵਿੱਚ ਸਮਾਜਿਕ ਅਸਥਿਰਤਾ ਪੈਦਾ ਕਰਨ ਦਾ ਸਭ ਤੋਂ ਵੱਡਾ ਕਾਰਨ ਬਣ ਸਕਦਾ ਹੈ। ਉਸ ਤੋਂ ਬਾਅਦ ਹੈ ਹਿੰਸਾਤਮਕ ਅਤੇ ਅਸਮਾਜਿਕ ਵਿਵਹਾਰ। ਕਿਸ਼ੋਰਾਂ ਵਿੱਚ ਹਿੰਸਾਤਮਕ ਅਤੇ ਅਸਮਾਜਿਕ ਕਿਸਮ ਦਾ ਵਿਵਹਾਰ ਉਹਨਾਂ ਦੇ ਸਮੂਹਾਂ ਦੇ ਲਾਪਰਵਾਹ ਅਤੇ ਹਿੰਸਾਤਮਕ ਰੂਪ ਤੋਂ ਬਣਦਾ ਹੈ। ਜਿਹੜੇ ਕਿਸ਼ੋਰ ਅਜਿਹੇ ਸਮੂਹ ਚੁਣਦੇ ਹਨ, ਉਹਨਾਂ ਵਿੱਚ ਇਸੇ ਕਾਰਨ ਹਿੰਸਾਤਮਕ ਪੱਧਰ ਵੱਧ ਜਾਂਦਾ ਹੈ। ਫਿਰ ਆਉਂਦੀਆਂ ਨੇ ਭਵਿੱਖੀ ਸਮੱਸਿਆਵਾਂ। ਸਾਥੀ ਸਮੂਹਾਂ ਦੀਆਂ ਬਹੁਤ ਸਾਰੀਆਂ ਨਕਾਰਾਤਮਕ ਜਾਂ ਨੈਗੇਟਿਵ ਪ੍ਰਭਾਵਾਂ ਦੇ ਵਿੱਚ ਇੱਕ ਸਮੱਸਿਆ ਹੈ ਜਿਹੜੀ ਉਹ ਭਵਿੱਖ ਦੇ ਵਿੱਚ ਵੀ ਉਹਨਾਂ ਸਾਥੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਕਿਸੇ ਵਿਦਿਆਰਥੀ ਦੇ ਮਾੜੀ ਕਿਸਮ ਦੇ ਸਮੂਹ ਨਾਲ ਸੰਬੰਧ ਹਨ ਜਾਂ ਇਸ ਦਾ ਅਸਰ ਉਸਦੇ ਅਕਾਦਮਿਕ ਖੇਤਰ ਉੱਪਰ ਪੈ ਸਕਦਾ ਹੈ ਜਾਂ ਨਸ਼ਟ ਹੋ ਸਕਦਾ ਹੈ। ਬੁਰੇ ਸਮੂਹਾਂ ਨਾਲ ਸੰਬੰਧਿਤ ਨੌਜਵਾਨਾਂ ਨੂੰ ਨੌਕਰੀ ਜਾਂ ਵਿਆਹ ਆਦਿ ਸੰਬੰਧੀ ਵੀ ਭਵਿੱਖ ਵਿੱਚ ਕਈ ਸਮੱਸਿਆਵਾਂ ਆਉਂਦੀਆਂ ਨੇ। ਮਤਲਬ ਜੇਕਰ ਕੋਈ ਵਿਦਿਆਰਥੀ ਜਾਂ ਕਿਸ਼ੋਰ ਹੈ ਜਿਹੜਾ ਉਹ ਮਾੜੀ ਸੰਗਤ ਦੇ ਸਾਥੀ ਸਮੂਹਾਂ ਦੇ ਵਿੱਚ ਰਹਿੰਦਾ ਹੈ, ਤਾਂ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਅਕੈਡਮਿਕ ਲੈਵਲ ਭਾਵ ਆਪਣੀ ਐਜੂਕੇਸ਼ਨ ਦੇ ਪੱਧਰ 'ਤੇ ਵੀ ਪਿੱਛੇ ਰਹਿ ਸਕਦਾ ਹੈ, ਜਿਸ ਦੇ ਨਤੀਜੇ ਬਾਅਦ ਦੇ ਵਿੱਚ ਨਿਕਲਦੇ ਨੇ। ਨੌਕਰੀ ਦੇ ਪੱਖੋਂ ਵੀ ਪਿੱਛੇ ਰਹਿ ਸਕਦਾ ਹੈ। ਪਰਿਵਾਰਕ ਤੌਰ 'ਤੇ ਉਸਦੇ ਪਰਿਵਾਰਕ ਜੀਵਨ ਜਾਂ ਗ੍ਰਹਿਸਥੀ ਜੀਵਨ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਉਸ ਨੂੰ ਕਰਨਾ ਪੈ ਸਕਦਾ ਹੈ। ਉਸ ਤੋਂ ਬਾਅਦ ਜੀ ਅੱਗੇ ਆਉਂਦੇ ਹਾਂ ਆਪਾਂ ਮੀਡੀਆ ਸੰਦੇਸ਼ਾਂ ਦਾ ਪਛਾਣ ਨਿਰਮਾਣ ਉੱਪਰ ਪ੍ਰਭਾਵ, ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਮੀਡੀਆ ਕੀ ਹੈ। ਮੀਡੀਆ ਸ਼ਬਦ ਲਤੀਨੀ ਭਾਸ਼ਾ ਦੇ ਸ਼ਬਦ ਮੀਡੀਅਸ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਕੇਂਦਰੀ ਜਾਂ ਮੱਧ ਹੈ। ਮੀਡੀਆ ਕਈ ਔਜ਼ਾਰਾਂ ਜਾਂ ਯੰਤਰਾਂ ਦਾ ਸਮੂਹ ਹੈ ਜਿਸ ਦੀ ਵਰਤੋਂ ਸੂਚਨਾ ਤੇ ਅੰਕੜੇ ਸਟੋਰ ਕਰਨ ਭਾਵ ਇਕੱਠੇ ਕਰਨ ਤੇ ਵੱਡੇ ਲੋਕ ਸਮੂਹ ਤੱਕ ਭੇਜਣ ਲਈ ਕੀਤੀ ਜਾਂਦੀ ਹੈ। ਕਹਿਣ ਦਾ ਮਤਲਬ ਕਿ ਮੀਡੀਆ ਇੱਕ ਇਹੋ ਜਿਹਾ ਸਾਡੇ ਕੋਲੇ ਸਰੋਤ ਹੈ ਜਿਸ ਦੇ ਨਾਲ ਅਸੀਂ ਬਹੁਤ ਸਾਰੀ ਇਕੱਠੀ ਕੀਤੀ ਹੋਈ ਜਾਣਕਾਰੀ ਦੇਸ਼ ਦੇ ਵਿੱਚ ਰਹਿੰਦੇ ਹੋਏ ਜਾਂ ਦੁਨੀਆ ਦੇ ਵਿੱਚ ਰਹਿੰਦੇ ਹੋਏ ਵੱਖ-ਵੱਖ ਥਾਵਾਂ 'ਤੇ ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚਾ ਸਕਦੇ ਹਾਂ। ਉਸ ਤੋਂ ਬਾਅਦ ਆਉਂਦਾ ਮੀਡੀਆ ਸੰਦੇਸ਼। ਮੀਡੀਆ ਦੁਆਰਾ ਜਿਹੜੀ ਵੀ ਸਮੱਗਰੀ ਜਾਂ ਜਾਣਕਾਰੀ ਇਕੱਠੀ ਕਰਕੇ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਉਸ ਨੂੰ ਮੀਡੀਆ ਸੰਦੇਸ਼ ਕਹਿੰਦੇ ਨੇ। ਤਾਂ ਹੁਣ ਇਹਨਾਂ ਮੀਡੀਆ ਸੰਦੇਸ਼ਾਂ ਦਾ ਵੀ ਸਾਡੀ ਪਛਾਣ ਨਿਰਮਾਣ ਦੇ ਉੱਪਰ ਜਾਂ ਆਇਡੈਂਟੀਟੀ ਬਣਾਉਣ ਦੇ ਲਈ ਆਇਡੈਂਟੀਟੀ ਫਾਰਮੇਸ਼ਨ ਦੇ ਉੱਪਰ ਬਹੁਤ ਸਾਰੇ ਪ੍ਰਭਾਵ ਪੈਂਦੇ ਹੈ, ਜਿਹਦੇ ਵਿੱਚੋਂ ਉਹਨਾਂ ਦੇ ਸਕਾਰਾਤਮਕ ਪੋਜ਼ੀਟਿਵ ਪ੍ਰਭਾਵ ਵੀ ਹੁੰਦੇ ਆ ਤੇ ਨਕਾਰਾਤਮਕ ਪ੍ਰਭਾਵ ਵੀ ਪੈਂਦੇ ਆ। ਜਿਸ ਦੇ ਵਿੱਚ ਗੱਲ ਕਰਦੇ ਹਾਂ ਮੀਡੀਆ ਸੰਦੇਸ਼ਾਂ ਦੇ ਪਛਾਣ ਨਿਰਮਾਣ ਉੱਪਰ ਸਕਾਰਾਤਮਕ ਪ੍ਰਭਾਵ। ਸਕਾਰਾਤਮਕ ਪ੍ਰਭਾਵ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਲਿੰਗ ਪਛਾਣ ਵਿੱਚ ਸਹਾਇਕ।
ਟੈਲੀਵਿਜ਼ਨ ਦੇ ਉੱਪਰ ਚੱਲਦੇ ਪ੍ਰੋਗਰਾਮ ਨੇ ਜਿਹੜੇ ਭਿੰਨ ਢੰਗਾਂ ਨਾਲ ਪੁਰਸ਼ਵਾਦ ਅਤੇ ਨਾਰੀਵਾਦ ਬਾਰੇ ਦੱਸਦੇ ਨੇ। ਤਾਂ ਇਹਨਾਂ ਦੇ ਵਿੱਚ ਕੀ ਹੈ ਕਿ ਕਿਸ਼ੋਰਾਂ ਦੀ ਕਿੱਤੇ ਜਾਣਕਾਰੀ ਦੀਆਂ ਲੋੜਾਂ ਦੀ ਪੂਰਤੀ ਇਹ ਜਿਹੜੇ ਨੇ ਇਹ ਸੰਦੇਸ਼ ਕਰਦੇ ਹੈ। ਇਹ ਵੀ ਸੱਚ ਹੈ ਕਿ ਟੀਵੀ ਉੱਪਰ ਕਈ ਪ੍ਰੋਗਰਾਮ ਪੁਰਾਣੀ ਸੋਚ ਨੂੰ ਤੋੜ ਕੇ ਬੱਚੇ ਨੂੰ ਲਿੰਗਿਕ ਜਾਣਕਾਰੀ ਦਿੰਦੇ ਨੇ, ਜਿਵੇਂ ਕਿ ਮਾਦਾ ਇੱਕ ਖਿਡਾਰਨ ਵੀ ਹੋ ਸਕਦੀ ਹੈ ਅਤੇ ਮਰਦ ਇੱਕ ਅਧਿਆਪਕ ਵੀ। ਮੀਡੀਆ ਪੁਰਸ਼ ਅਤੇ ਇਸਤਰੀ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਲਿੰਗ ਭੂਮਿਕਾ ਕਿਵੇਂ ਨਿਭਾਉਣੀ ਹੈ ਅਤੇ ਉਹਨਾਂ ਨੂੰ ਲਿੰਗ ਪਛਾਣ ਸਥਾਪਿਤ ਕਰਨ ਵਿੱਚ ਕਿਵੇਂ ਮਦਦ ਕਰਨੀ ਹੈ। ਉਸ ਤੋਂ ਬਾਅਦ ਆਉਂਦਾ ਸੁੰਦਰਤਾ ਦੀ ਪਰਿਭਾਸ਼ਾ। ਸੁੰਦਰਤਾ ਦੀ ਪਰਿਭਾਸ਼ਾ ਕੀ ਹੈ ਕਿ ਮੀਡੀਆ ਸੰਦੇਸ਼ਾਂ ਦੇ ਦੁਆਰਾ ਜਿਹੜੀ ਪਛਾਣ ਨਿਰਮਾਣ ਦੇ ਵਿਕਾਸ ਦੇ ਵਿੱਚ ਜਿਹੜੀ ਹੈ ਸੁੰਦਰਤਾ ਆਪਣਾ ਅਹਿਮ ਰੋਲ ਨਿਭਾਉਂਦੀ ਹੈ, ਜਿਹੜੀ ਕਿ ਸਾਨੂੰ ਮੀਡੀਆ ਸੰਦੇਸ਼ਾਂ ਦੇ ਥਰੂ ਹੀ ਮਿਲਦੀ ਹੈ। ਮੀਡੀਆ ਤਸਵੀਰਾਂ, ਫੈਸ਼ਨ ਅਤੇ ਖਾਣ ਪੀਣ ਸੰਬੰਧੀ ਕੰਪਨੀਆਂ ਦੇ ਪ੍ਰੋਗਰਾਮ ਸੁੰਦਰਤਾ ਅਤੇ ਆਕਰਸ਼ਣ ਦੀ ਆਪਣੀ ਤਰ੍ਹਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਕਿਸਮ ਦੀ ਪਰਿਭਾਸ਼ਾ ਦਿੰਦੇ ਅਤੇ ਸਥਾਪਿਤ ਕਰਦੇ ਨੇ। ਉਹ ਕੀ ਕਰਦੇ ਹੈ, ਉਹ ਸਾਰੀ ਦਿੱਖ, ਖਾਣ ਪੀਣ, ਪਹਿਰਾਵਾ ਆਦਿ ਨੂੰ ਸਾਡਾ ਅਹਿਮ ਅੰਗ ਹੈ ਜਿਹੜਾ ਉਹ ਬਣਾ ਕੇ ਪੇਸ਼ ਕਰਦੇ ਹੈ। ਕੇਵਲ ਕੁੜੀਆਂ ਅਤੇ ਔਰਤਾਂ ਦੀ ਅਜਿਹੇ ਪ੍ਰੋਗਰਾਮਾਂ ਜਾਂ ਮਸ਼ਹੂਰੀਆਂ ਤੋਂ ਹੀ ਪ੍ਰੇਰਿਤ ਨਹੀਂ ਹੁੰਦੀਆਂ, ਬਲਕਿ ਮੁੰਡੇ ਅਤੇ ਆਦਮੀ ਵੀ ਇਸ ਦੇ ਵਿੱਚ ਮਾਡਲਾਂ ਦੇ ਰੂਪ ਦੇ ਵਿੱਚ ਕੀ ਹੈ ਦਿਖਾਏ ਜਾਂਦੇ ਹੈ। ਮੀਡੀਆ ਸੰਦੇਸ਼, ਪ੍ਰੋਗਰਾਮ, ਮਸ਼ਹੂਰੀਆਂ ਸਾਨੂੰ ਸੁੰਦਰਤਾ ਦੀ ਪਰਿਭਾਸ਼ਾ ਬਾਰੇ ਸੋਚਣ ਦੇ ਲਈ ਆਮ ਤੌਰ 'ਤੇ ਮਜਬੂਰ ਕਰਦੇ ਰਹਿੰਦੇ ਹੈ। ਸਾਡੇ ਲਈ ਬਹੁਤ ਕੁਝ ਆਕਰਸ਼ਣ ਜਿਹੜਾ ਹੈ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਡੇ ਲਈ ਉਹ ਚੀਜ਼ਾਂ ਸੋਹਣੀਆਂ ਬਣਾ ਕੇ ਅਤੇ ਬਲਵਾਨ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਅਸੀਂ ਆਪਣੇ ਆਪ ਉਹਨਾਂ ਚੀਜ਼ਾਂ ਵੱਲ ਖਿੱਚੇ ਜਾਂਦੇ ਹਾਂ। ਉਸ ਤੋਂ ਬਾਅਦ ਨਸਲੀ ਪਛਾਣ ਦਾ ਸਰੋਤ। ਕਿਸ਼ੋਰ ਦੀ ਪਛਾਣ ਦੇ ਵਿਕਾਸ ਦੇ ਵਿੱਚ ਉਸਦੀ ਨਸਲੀ ਪਛਾਣ ਵੀ ਸਭ ਤੋਂ ਵੱਧ ਮਹੱਤਵਪੂਰਨ ਹੈ, ਜਿਹੜੀ ਇੱਕ ਅਹਿਮ ਰੋਲ ਅਦਾ ਕਰਦੀ ਹੈ। ਇਹ ਪਛਾਣ ਉਸਦੇ ਸੱਭਿਆਚਾਰ ਉੱਪਰ ਮਾਣ ਅਤੇ ਪਿਆਰ ਦੇ ਪ੍ਰਗਟਾਵੇ ਦਾ ਕਾਰਨ ਬਣਦੀ ਹੈ। ਮੀਡੀਆ ਸੰਦੇਸ਼ ਕਿਸ਼ੋਰ ਨੂੰ ਹੋਰਾਂ ਨਸਲੀ ਪਛਾਣਾਂ ਵਿੱਚ ਆਪਣੀ ਨਸਲੀ ਪਛਾਣ ਦਰਸਾਉਣ, ਮਤਲਬ ਉਸ ਨਸਲੀ ਪਛਾਣ ਨੂੰ ਪੈਦਾ ਕਰਨ ਦੇ ਲਈ ਬਹੁਤ ਸਾਰੇ ਸਾਧਨ ਨੇ ਜਿਹੜੇ ਉਹ ਮੁਹੱਈਆ ਕਰਵਾਉਂਦੀ ਹੈ। ਵਿਸ਼ੇਸ਼ ਰੂਪ ਵਿੱਚ ਘੱਟ ਗਿਣਤੀਆਂ ਦੇ ਵਿਸਥਾਰ ਲਈ ਜਨ ਸੰਚਾਰ ਸਾਧਨ ਨੇ ਜਿਹੜੇ ਉਹ ਸੂਚਨਾ ਪ੍ਰਦਾਨ ਕਰਦੇ ਹੈ। ਕਿਸ਼ੋਰ ਨੂੰ ਆਪਣੀ ਨਸਲ ਪ੍ਰਗਟਾਉਣ ਦਾ ਮੌਕਾ ਜੇ ਕੋਈ ਦਿੰਦਾ ਹੈ ਤਾਂ ਉਹ ਸਿਰਫ ਮੀਡੀਆ ਹੀ ਹੈ। ਉਸ ਤੋਂ ਬਾਅਦ ਖੁਦ ਮੁਖਤਿਆਰੀ ਦਾ ਵਿਕਾਸ। ਕਿਸ਼ੋਰ ਆਪਣੇ ਮਾਪਿਆਂ ਅਧੀਨ ਰਹਿਣ ਦੀ ਥਾਂ ਇਸ ਅਵਸਥਾ ਵਿੱਚ ਖੁਦ ਮੁਖਤਿਆਰੀ ਭਾਲਦੇ ਹਨ। ਇਹ ਭਾਵਨਾ ਉਹਨਾਂ ਅੰਦਰ ਬਗਾਵਤ ਦੀ ਸੁਰ ਵੀ ਬਣ ਜਾਂਦੀ ਹੈ। ਇਹਦੀ ਪੂਰਤੀ ਲਈ ਉਹ ਅਕਸਰ ਮੀਡੀਆ ਸੰਦੇਸ਼ਾਂ ਵੱਲ ਆਪਣਾ ਜਿਹੜਾ ਰੁਖ ਕਰਦੇ ਆ। ਮਾਪੇ ਆਪਣੇ ਬੱਚਿਆਂ ਨਾਲ ਜਦੋਂ ਘੱਟ ਸਮਾਂ ਬਿਤਾਉਂਦੇ ਹਨ ਤਾਂ ਉਹ ਆਪਣੇ ਹਾਣੀਆਂ ਨਾਲ ਰਹਿੰਦੇ ਹੈ। ਮੀਡੀਆ ਸੰਦੇਸ਼ਾਂ ਦੁਆਰਾ ਬੱਚੇ ਆਪਣੇ ਮਿੱਤਰ ਲੱਭਣਾ ਸਿੱਖਦੇ ਹੈ ਅਤੇ ਆਪਣੀ ਖੁਦ ਮੁਖਤਿਆਰੀ ਸਿੱਧ ਕਰਦੇ ਹੋਏ ਬਾਕੀ ਕਿਸ਼ੋਰਾਂ ਤੋਂ ਆਪਣੀ ਵੱਖਰੀ ਪਛਾਣ ਹੈ ਜਿਹੜੀ ਬਣਾਉਣ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਹੈ। ਸਮੱਸਿਆ ਨਾਲ ਨਜਿੱਠਣ ਦੀ ਯੋਗਤਾ ਵਿੱਚ ਵਾਧਾ। ਆਮ ਤੌਰ 'ਤੇ ਕੀ ਹੈ, ਮੀਡੀਆ ਦੇ ਵਿੱਚ ਬਹੁਤ ਸਾਰਾ ਕੁਛ ਇਹੋ ਜਿਹਾ ਵਿਖਾਇਆ ਜਾਂਦਾ ਹੈ ਜਿਹਦੇ ਵਿੱਚ ਕਿਸ਼ੋਰ ਜਦੋਂ ਇਕੱਲਾ ਹੁੰਦਾ ਹੈ ਤਾਂ ਉਸਦੀ ਖੁਦ ਮੁਖਤਿਆਰੀ ਅਤੇ ਉਸਦੀ ਸਵੈ ਦੀ ਆਪਣੇ ਆਪ ਦੇ ਉੱਪਰ ਜਿਹੜੀ ਸੋਝੀ ਹੁੰਦੀ ਹੈ ਉਹ ਭਾਰੂ ਹੁੰਦੀ ਹੈ, ਜਿਹਦੇ ਕਰਕੇ ਉਹ ਕਈ ਵਾਰੀ ਇਕੱਲਾ ਹੋ ਕੇ ਮਾਨਸਿਕ ਦਬਾਅ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਪਰ ਉੱਥੇ ਕੀ ਹੈ, ਮੀਡੀਆ ਦੇ ਵਿੱਚੋਂ ਇਹੋ ਜਿਹੇ ਸੰਦੇਸ਼, ਇਹੋ ਜਿਹੀ ਸਹਾਇਤਾ ਜਿਹੜੀ ਉਹਨਾਂ ਨੂੰ ਮਿਲਦੀ ਹੈ ਜਿਹਦੇ ਕਰਕੇ ਉਹ ਆਪਣੀਆਂ ਉਹਨਾਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਲਈ ਤਿਆਰ ਵੀ ਹੋ ਜਾਂਦੇ ਆ ਅਤੇ ਉਹਨਾਂ ਸਮੱਸਿਆਵਾਂ ਨੂੰ ਨਜਿੱਠ ਕੇ ਉਹਨਾਂ ਤੋਂ ਬਾਹਰ ਨਿਕਲਣ ਦੇ ਯੋਗ ਵੀ ਬਣ ਜਾਂਦੇ ਹੈ। ਉਸ ਤੋਂ ਬਾਅਦ ਅਗਲਾ ਹੈ ਜੀ ਵਿਅਕਤੀਗਤ ਪਛਾਣ ਦਾ ਨਿਰਮਾਣ। ਵਿਅਕਤੀਗਤ ਪਛਾਣ ਦੇ ਨਿਰਮਾਣ ਦੇ ਵਿੱਚ ਕੀ ਹੈ ਕਿ ਇੱਕ ਵਿਅਕਤੀ ਹੈ ਜਿਹੜਾ ਉਸ ਨੇ ਆਪਣੀ ਪਛਾਣ ਜਾਂ ਆਇਡੈਂਟੀਟੀ ਜਿਹੜੀ ਬਣਾਉਣੀ ਹੈ ਤਾਂ ਉਸ ਦੇ ਵਿੱਚ ਕੀ ਹੈ, ਆਪਣੀ ਉਸ ਆਇਡੈਂਟੀਟੀ ਨੂੰ ਬਣਾਉਣ ਦੇ ਲਈ ਕਿਸ਼ੋਰ ਜਦੋਂ ਆਪਣੀ ਵਿਅਕਤੀਗਤ ਪਛਾਣ ਦਾ ਨਿਰਮਾਣ ਕਰਦੇ ਨੇ ਤਾਂ ਉਸ ਵੇਲੇ ਉਹ ਕਈ ਸਾਰੇ ਟੀਵੀ ਚੈਨਲਾਂ ਦਾ ਨੂੰ ਫੋਲੋ ਕਰਦੇ ਨੇ, ਉਹਨਾਂ ਦੇ ਪਿੱਛੇ ਉਹ ਚੱਲਦੇ ਨੇ, ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਜਨ ਸੰਚਾਰ ਸਾਧਨਾਂ ਦੇ ਅਨੁਸਾਰ ਚਲਾਉਣ ਲੱਗਦੇ ਨੇ, ਉਸ ਦੇ ਅਨੁਸਾਰ ਆਪਣਾ ਜੀਵਨ ਬਿਤਾਉਣ ਲੱਗਦੇ ਨੇ। ਹੋਰਾਂ ਲੋਕਾਂ ਦੇ ਨਾਲ ਵੀ ਉਹ ਇਹਨਾਂ ਸਾਧਨਾਂ ਦੇ ਨਾਲ ਹੀ ਜੁੜਨਾ ਸ਼ੁਰੂ ਹੁੰਦੇ ਨੇ। ਇਸ ਤਰ੍ਹਾਂ ਜਨ ਸੰਚਾਰ ਸਾਧਨ ਨੇ ਜਿਹੜੇ ਉਹ ਉਸ ਦੇ ਸਮੂਹ ਪਛਾਣ ਦੇ ਨਿਰਮਾਣ ਦੇ ਵਿੱਚ ਸਹਾਈ ਹੁੰਦੇ ਹੈ। ਉਸ ਤੋਂ ਬਾਅਦ ਅੱਗੇ ਹੈ ਸਵੈ ਦੀ ਧਾਰਨਾ ਦਾ ਵਿਕਾਸ। ਕਿਸ਼ੋਰ ਆਪਣੇ ਆਪ ਨੂੰ ਚਿੱਤਰ ਰਾਹੀਂ ਕਲਪਿਤ ਕਰਕੇ ਵੇਖਦੇ ਨੇ ਅਤੇ ਆਪਣੀ ਪਛਾਣ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਵੀ ਉਹ ਕਰਦੇ ਨੇ। ਕਿਸ਼ੋਰ ਅਵਸਥਾ ਅਜਿਹੀ ਜਟਿਲ ਅਵਸਥਾ ਹੁੰਦੀ ਹੈ ਜਦੋਂ ਕਿਸ਼ੋਰ ਨੇ ਆਪਣੀ ਪਛਾਣ ਉੱਪਰ ਧਿਆਨ ਕੇਂਦਰਿਤ ਕਰਨਾ ਹੁੰਦਾ ਹੈ। ਇਸ ਲਈ ਕਿਸ਼ੋਰ ਕੀ ਕਰਦੇ ਨੇ,
ਜਾਂ ਸਾਥੀ ਕੀ ਕਰਦੇ ਨੇ, ਮੀਡੀਆ ਸੰਦੇਸ਼ਾਂ ਦੀ ਵਰਤੋਂ ਆਪਣੀ ਪਛਾਣ ਨਿਰਮਾਣ ਦੇ ਉਦੇਸ਼ਾਂ ਤਹਿਤ ਕਰਦੇ ਨੇ। ਮਤਲਬ ਕੀ ਹੈ ਕਿ ਉਹ ਆਪਣੀ ਪਛਾਣ ਜਾਂ ਆਪਣੀ ਆਇਡੈਂਟੀਟੀ ਬਣਾਉਣ ਦੇ ਲਈ ਮੀਡੀਆ ਦੇ ਸੰਦੇਸ਼ਾਂ ਦੇ ਉੱਪਰ ਹੀ ਚੱਲਣਾ ਸ਼ੁਰੂ ਕਰਦੇ ਨੇ। ਜਿਵੇਂ ਜਿਵੇਂ ਉਹਨਾਂ ਨੂੰ ਮੀਡੀਆ ਦੁਆਰਾ ਸੰਦੇਸ਼ ਜਿਹੜੇ ਮਿਲਦੇ ਹੈ, ਉਵੇਂ ਉਵੇਂ ਉਹ ਆਪਣੀ ਆਇਡੈਂਟੀਟੀ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਫਿਰ ਬੌਧਿਕ ਵਿਕਾਸ ਵਿੱਚ ਵਾਧਾ। ਬੌਧਿਕ ਵਿਕਾਸ ਦੇ ਵਿੱਚ ਵਾਧਾ ਮੀਡੀਆ ਸੰਦੇਸ਼ਾਂ ਦੁਆਰਾ ਕਿਵੇਂ ਹੁੰਦਾ ਹੈ ਕਿ ਬਹੁਤ ਸਾਰਾ ਕੁਝ ਮੀਡੀਆ ਦੁਆਰਾ ਇਹੋ ਜਿਹਾ ਰਚਨਾਤਮਕ ਪੇਸ਼ ਕੀਤਾ ਜਾਂਦਾ ਹੈ ਜਿਸ ਦੇ ਰਾਹੀਂ ਬੱਚੇ ਅੰਦਰ ਸੋਚਣ ਦੀ ਸ਼ਕਤੀ ਹੈ ਜਿਹੜੀ ਉਹ ਪੈਦਾ ਹੋ ਜਾਂਦੀ ਹੈ, ਉਸ ਦੀ ਬੌਧਿਕ ਸਮਰੱਥਾ ਵੱਧਦੀ ਹੈ, ਉਸ ਦੀ ਤਰਕ ਕਰਨ ਦੀ ਸ਼ਕਤੀ ਵੱਧਦੀ ਹੈ। ਬਹੁਤ ਸਾਰੀਆਂ ਚੀਜ਼ਾਂ ਉਹ ਇਹੋ ਜਿਹੀਆਂ ਦੇਖਦਾ ਹੈ, ਇਹੋ ਜਿਹੀ ਸਿਰਜਣਾ ਦੇਖਦਾ ਹੈ ਜਿਹਦੇ ਕਰਕੇ ਉਹ ਖੁਦ ਸਿਰਜਣਾਤਮਕ ਗੱਲਾਂ ਸੋਚਣੀਆਂ ਸ਼ੁਰੂ ਕਰ ਦਿੰਦਾ ਹੈ। ਉਸ ਦੇ ਵਿੱਚ ਤਰਕਮਈ ਬਿਰਤੀ ਹੈ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਆਪਣੇ ਆਪ ਕੀ ਸਿਰਜ ਸਕਦਾ ਹੈ ਇਸ ਚੀਜ਼ ਦੀ ਪਛਾਣ ਵੀ ਉਹ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਬਾਅਦ ਧਾਰਮਿਕ ਪਛਾਣ ਵਿਕਸਿਤ ਕਰਨ ਵਿੱਚ ਸਹਾਇਕ। ਮੀਡੀਆ ਸਾਡੀ ਧਾਰਮਿਕ ਪਛਾਣ ਨੂੰ ਵੀ ਪ੍ਰਭਾਸ਼ਿਤ ਕਰਦਾ। ਕਿਵੇਂ? ਅੱਤਵਾਦ ਮੀਡੀਆ ਦਾ ਚਰਚਿਤ ਮੁੱਦਾ ਬਣਿਆ ਰਹਿੰਦਾ ਹੈ ਹਰ ਵਕਤ। ਇਸ ਦਾ ਸੰਬੰਧ ਵਧੇਰੇ ਵਿਸ਼ਵ ਵਿੱਚ ਵਸਦੇ ਮੁਸਲਿਮ ਲੋਕਾਂ ਦੇ ਨਾਲ ਹੀ ਜੋੜਿਆ ਜਾਂਦਾ ਹੈ। ਇਸ ਕਰਕੇ ਸਾਰੀ ਦੁਨੀਆ ਵਿੱਚ ਵਸਦੇ ਮੁਸਲਮਾਨਾਂ ਨੂੰ ਹਮੇਸ਼ਾ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਨੂੰ ਸਾਰੇ ਹੀ ਸ਼ੱਕੀ ਨਿਗਾਹ ਦੇ ਨਾਲ ਕਿਉਂ ਦੇਖਦੇ ਆ, ਕਿਉਂਕਿ ਮੀਡੀਆ ਵਧੇਰੇ ਮੁਸਲਮਾਨ ਅੱਤਵਾਦੀਆਂ ਦਾ ਬਿੰਬ ਸਮਾਜ ਮੂਹਰੇ ਲਿਆਉਂਦਾ ਹੈ, ਜਦਕਿ ਅਸਲ ਤਸਵੀਰ ਕੁਝ ਹੋਰ ਹੁੰਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਇਹੋ ਜਿਹੇ ਧਰਮਾਂ ਦੇ ਵਿੱਚ ਲੋਕਾਂ ਨੂੰ ਦਿਖਾਉਣ ਦੇ ਲਈ ਜਿਹੜਾ ਮੀਡੀਆ ਹੈ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੰਦੇਸ਼ ਭੇਜਦਾ ਹੈ। ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਸੰਦੇਸ਼ ਹਰ ਇੱਕ ਧਰਮ ਦੇ ਨਾਲ ਜੁੜੇ ਹੋਏ ਸੰਦੇਸ਼ ਹੈ ਜਿਹੜੇ ਉਹ ਆਪਣੇ ਧਰਮ ਨਾਲ ਸੰਬੰਧਿਤ ਲੋਕਾਂ ਨੂੰ ਮਿਲਦੇ ਨੇ, ਤਾਂ ਉਸੇ ਤਰੀਕੇ ਦੇ ਨਾਲ ਹੀ ਉਹ ਆਪਣੀ ਆਇਡੈਂਟੀਟੀ ਜਾਂ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਉਸ ਤੋਂ ਬਾਅਦ ਰਾਸ਼ਟਰੀ ਏਕਤਾ ਦਾ ਵਿਕਾਸ। ਕਿਸੇ ਸਮੂਹ ਦੀ ਪਛਾਣ ਨਾਲ ਜੁੜੀ ਸਮੱਸਿਆ ਸਮਾਜਿਕ ਸ਼ਾਂਤੀ ਨੂੰ ਕੀ ਹੈ ਭੰਗ ਕਰ ਦਿੰਦੀ ਹੈ। ਇਸ ਲਈ ਮੀਡੀਆ ਸੰਦੇਸ਼ਾਂ ਦੀ ਸਕਾਰਾਤਮਕ ਪਹੁੰਚ ਅੰਦਰ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਏਕਤਾ ਨੂੰ ਵਧਾ ਕੇ ਵਿਭਿੰਨਤਾਵਾਂ ਨੂੰ ਪ੍ਰਵਾਨ ਕਰਨ ਦੀ ਸਮਰੱਥਾ ਵੀ ਦਿੰਦੇ ਹੈ ਅਤੇ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਵੀ ਕਰਦੇ ਹੈ। ਮਤਲਬ ਕਿ ਬਹੁਤ ਸਾਰਾ ਕੁਝ ਇਹੋ ਜਿਹਾ ਵੀ ਕਈ ਵਾਰੀ ਸਮਾਜ ਦੇ ਵਿੱਚ ਜਾਂ ਦੇਸ਼ ਦੇ ਵਿੱਚ ਵਾਪਰ ਜਾਂਦਾ ਹੈ ਜਿਸ ਦੇ ਪ੍ਰਭਾਵ ਨੇ ਜਿਹੜੇ ਉਹ ਸਿੱਟੇ ਨੇ ਜਿਹੜੇ ਉਹ ਵਧੀਆ ਨਹੀਂ ਨਿਕਲਦੇ। ਤਾਂ ਮੀਡੀਆ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ, ਇੰਨੀ ਜ਼ਿਆਦਾ ਤਾਕਤ ਹੁੰਦੀ ਹੈ ਕਿ ਉਹ ਉਹਨਾਂ ਸਿੱਟਿਆਂ ਨੂੰ ਜਾਂ ਉਹਨਾਂ ਪ੍ਰਭਾਵਾਂ ਨੂੰ ਜਾਂ ਉਹਨਾਂ ਸਮੱਸਿਆਵਾਂ ਨੂੰ ਸ਼ਾਂਤੀਪੂਰਵਕ ਢੰਗ ਦੇ ਨਾਲ ਦਿਖਾ ਕੇ ਤਾਂ ਬਹੁਤ ਸਾਰਾ ਜਿਹੜਾ ਭਾਈਚਾਰਾ ਹੈ ਉਹ ਕਾਇਮ ਕਰ ਸਕਦੇ ਨੇ, ਲੋਕਾਂ ਨੂੰ ਸ਼ਾਂਤ ਕਰ ਸਕਦੇ ਨੇ। ਉਸ ਤੋਂ ਬਾਅਦ ਅਗਲਾ ਹੈ ਜੀ ਸਮਾਜਿਕ ਪਛਾਣ ਉੱਪਰ ਪ੍ਰਭਾਵ। ਸਮਾਜਿਕ ਪਛਾਣ ਦੇ ਉੱਪਰ ਜਿਹੜਾ ਪ੍ਰਭਾਵ ਹੈ ਉਹ ਮੀਡੀਆ ਦਾ ਕਿਸ ਤਰ੍ਹਾਂ ਪੈਂਦਾ ਹੈ। ਮੀਡੀਆ ਦਾ ਇਹ ਵਿਸ਼ੇਸ਼ ਲੱਛਣ ਹੈ ਕਿ ਇਹ ਕਿਸੇ ਇਲਾਕੇ ਦੇ ਲੋਕਾਂ ਬਾਰੇ ਉਹਨਾਂ ਦੀ ਨਸਲ, ਜਾਤ, ਕਬੀਲੇ ਆਦਿ ਦੇ ਆਧਾਰ 'ਤੇ ਰੌਸ਼ਨੀ ਪਾਉਂਦਾ ਹੈ। ਇਸ ਤਰ੍ਹਾਂ ਮੀਡੀਆ ਸੰਦੇਸ਼ ਲੋਕਾਂ ਵਿੱਚ ਜਾਣਕਾਰੀ ਦਾ ਸੰਚਾਰ ਪ੍ਰਸਾਰ ਕਰਨ ਦਾ ਕਾਰਜ ਵੀ ਕਰਦਾ ਹੈ ਅਤੇ ਇਹ ਲੋਕਾਂ ਅਤੇ ਸਮਾਜ ਦੇ ਆਧਾਰ 'ਤੇ ਉਹਨਾਂ ਦੀ ਸਮਾਜਿਕ ਪਛਾਣ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮਤਲਬ ਕੀ ਹੈ ਕਿ ਲੋਕਾਂ ਦੀ ਸਮਾਜਿਕ ਪਛਾਣ ਹੈ ਜਿਹੜੀ ਉਹ ਕਿਸ ਢੰਗ ਦੇ ਨਾਲ ਬਣਦੀ ਹੈ। ਸਮਾਜ ਦੇ ਵਿੱਚ ਇੱਕ ਕਿਸ਼ੋਰ ਹੋਣ ਦੇ ਨਾਤੇ ਜਾਂ ਇੱਕ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਅਸੀਂ ਆਪਣੀ ਨਸਲ ਦੇ ਤੌਰ 'ਤੇ, ਅਸੀਂ ਆਪਣੇ ਜਾਤ ਜਾਂ ਕਬੀਲੇ ਦੇ ਤੌਰ 'ਤੇ ਕਿੱਥੇ ਜੇ ਖੜ੍ਹੇ ਹਾਂ, ਇਹ ਸਾਰੇ ਸੰਦੇਸ਼ ਜਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਮੀਡੀਆ ਦੇ ਥਰੂ ਹੀ ਆਮ ਤੌਰ 'ਤੇ ਪਤਾ ਲੱਗਦੀਆਂ ਨੇ। ਮੀਡੀਆ ਸੰਦੇਸ਼ ਲੋਕਾਂ ਨੂੰ ਸਮਾਜਿਕ ਪਛਾਣ ਨਿਰਮਾਣ ਕਰਨ ਦੇ ਵਿੱਚ ਮਦਦ ਵੀ ਕਰਦਾ ਹੈ ਅਤੇ ਉਹਨਾਂ ਦੇ ਲਿੰਗ, ਨਸਲ, ਧਰਮ ਅਤੇ ਸਮਾਜਿਕ ਵਰਗ ਬਾਰੇ ਸਮਝ ਹੈ ਜਿਹੜੀ ਉਹ ਵਿਕਸਿਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਹੈ ਜਿਹੜਾ ਉਹ ਦਿੰਦਾ ਹੈ। ਸਰੀਰਕ ਦਿੱਖ ਉੱਪਰ ਪ੍ਰਭਾਵ। ਬੱਚੇ ਦੀ ਸਰੀਰਕ ਦਿੱਖ ਕਈ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਇਹਨਾਂ ਕਾਰਕਾਂ ਵਿੱਚ ਪਰਿਵਾਰਿਕ ਵਾਤਾਵਰਨ, ਯੋਗਤਾ ਜਾਂ ਅਪੰਗਤਾ, ਸਾਥੀਆਂ ਦਾ ਰਵੱਈਆ, ਪਹਿਰਾਵਾ, ਸੱਭਿਆਚਾਰਕ ਪਿੱਠ ਭੂਮੀ ਅਤੇ ਮੁੱਖ ਧਾਰਾ ਮੀਡੀਆ, ਸਮਾਜਿਕ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਵੀ ਸ਼ਾਮਲ ਹੁੰਦੇ ਨੇ। ਜੇਕਰ ਕਿਸ਼ੋਰ ਕਾਲਪਨਿਕ ਕਿਸਮ ਦਾ ਪਤਲਾ ਅਤੇ ਬਾਹੂਬਲੀ ਸਰੀਰ ਵੇਖਣਗੇ ਤਾਂ ਇਸ ਨਾਲ ਉਹਨਾਂ ਦੇ ਖਾਣ ਪੀਣ ਦੇ ਬਦਲਾਵ ਅਨੁਸਾਰ ਸਰੀਰਕ ਦਿੱਖ ਉੱਪਰ ਅਸਰ ਪਵੇਗਾ। ਇਹ ਉਸ ਸਥਿਤੀ ਵਿੱਚ ਹੋਰ ਵੀ ਸਾਰਥਕ ਹੈ ਜਦੋਂ ਕੋਈ ਵੀ ਪਤਲਾ ਹੀ ਸੁੰਦਰ ਹੁੰਦਾ ਹੈ ਦਾ ਸੰਦੇਸ਼ ਨਾਲ ਅਸਹਿਮਤ ਹੋਣ ਵਾਲਾ ਨਾ ਹੋਵੇ। ਤਾਂ ਇਹਦਾ ਮਤਲਬ ਆਮ ਤੌਰ 'ਤੇ ਇਹਦੇ ਵਿੱਚ ਕੀ ਹੈ ਕਿ ਸਰੀਰਕ ਦਿੱਖ ਹੈ ਜਿਹੜੀ ਉਸ ਦੇ ਉੱਪਰ ਵੀ ਮੀਡੀਆ ਹੈ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਕਿਉਂਕਿ ਜਿਸ ਤਰ੍ਹਾਂ ਕਿਸ਼ੋਰ ਨੇ ਜਿਹੜੇ ਜਾਂ ਸਾਡੇ ਸਾਥੀ ਨੇ ਉਹ ਜੋ ਮੀਡੀਆ ਦੇ ਸੰਦੇਸ਼ਾਂ ਦੁਆਰਾ ਗ੍ਰਹਿਣ ਕਰਨਗੇ, ਜੋ ਮੀਡੀਆ ਦੁਆਰਾ ਜਾਂ TV ਚੈਨਲਾਂ ਦੇ ਵਿੱਚ ਆਪਣੇ ਮਾਡਲਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਨੂੰ ਉਹ ਦੇਖਦੇ ਹੈ, ਉਹਨਾਂ ਦੀ ਸਰੀਰਕ ਦਿੱਖ ਦੇ ਅਕੋਰਡਿੰਗ ਹੀ ਉਹ ਆਪਣੇ ਸਰੀਰ ਨੂੰ ਬਣਾਉਂਦੇ ਹੈ। ਤਾਂ ਉਸ ਤਰ੍ਹਾਂ ਉਹਨਾਂ ਦੇ ਸਰੀਰਕ ਦਿੱਖ ਦੇ ਉੱਪਰ ਵੀ ਇਸ ਚੀਜ਼ ਦਾ ਪ੍ਰਭਾਵ ਹੈ ਜਿਹੜਾ ਉਹ ਪੈਂਦਾ ਹੈ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਅਸੀਂ ਮੀਡੀਆ ਸੰਦੇਸ਼ਾਂ ਦੇ ਪਛਾਣ ਨਿਰਮਾਣ ਉੱਪਰ ਨਕਾਰਾਤਮਕ ਪ੍ਰਭਾਵ।
ਯਥਾਰਥਕ ਪਛਾਣ ਦੀ ਸਿਰਜਣਾ ਦੀ ਸਮੱਸਿਆ। ਸਭ ਤੋਂ ਪਹਿਲਾਂ ਕੀ ਹੈ ਕਿ ਯਥਾਰਥਕ ਤੌਰ 'ਤੇ ਜਿਹੜੀ ਸਾਡੀ ਅਸਲੀ ਪਹਿਚਾਣ ਹੈ ਉਸ ਨੂੰ ਅਸੀਂ ਕਿਵੇਂ ਸਿਰਜਣਾ ਹੈ, ਉਸ ਦੀ ਸਮੱਸਿਆ ਸਾਡੇ ਲਈ ਖੜੀ ਹੋ ਜਾਂਦੀ ਹੈ। ਕਹਿਣ ਦਾ ਮਤਲਬ ਇੱਕ ਕਿਸ਼ੋਰ ਵਿਅਕਤੀ ਹੈ ਜਿਹੜਾ ਉਹ ਹਮੇਸ਼ਾ ਮੀਡੀਆ ਦੇ ਨਾਲ ਜੁੜਿਆ ਹੈ, ਹਮੇਸ਼ਾ ਮੀਡੀਆ ਦੇਖਦਾ ਹੈ, ਹਮੇਸ਼ਾ ਮੀਡੀਆ ਦੇ ਸੰਦੇਸ਼ ਹਾਸਲ ਕਰਦਾ ਹੈ। ਤਾਂ ਇਹਦੇ ਨਾਲ ਕੀ ਹੈ, ਉਹ ਆਪਣੀ ਆਇਡੈਂਟੀਟੀ ਜਾਂ ਆਪਣੀ ਜਿਹੜੀ ਅਸਲੀ ਪਹਿਚਾਣ ਹੈ ਉਸ ਨੂੰ ਗਵਾ ਲੈਂਦਾ ਹੈ। ਉਸ ਦੀ ਸਹੀ ਸਿਰਜਣਾ ਹੈ ਜਿਹੜੀ ਉਹ ਨਹੀਂ ਕਰ ਪਾਉਂਦਾ, ਉਸ ਨੂੰ ਨਹੀਂ ਪਤਾ ਹੁੰਦਾ ਕਿ ਸਮਾਜਿਕ ਤੌਰ 'ਤੇ ਉਸ ਦੀ ਆਇਡੈਂਟੀਟੀ ਕੀ ਹੈ। ਉਹ ਦੂਸਰਿਆਂ ਦੇ ਪਿੱਛੇ ਲੱਗ ਕੇ ਆਪਣੀ ਆਇਡੈਂਟੀਟੀ ਹੈ ਜਿਹੜੀ ਯਥਾਰਥਕ ਪਛਾਣ ਹੈ ਜਾਂ ਜਿਹੜੀ ਅਸਲੀ ਉਸ ਦੀ ਪਰਸਨੈਲਿਟੀ ਹੈ ਉਸ ਨੂੰ ਗਵਾ ਬੈਠਦਾ ਹੈ। ਸੰਵੇਦਨਹੀਣਤਾ ਦਾ ਵਿਕਾਸ। ਸੰਵੇਦਨਹੀਣਤਾ ਦੇ ਉਲਟ ਹੁੰਦਾ ਹੈ ਸੰਵੇਦਨਸ਼ੀਲਤਾ, ਭਾਵ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਗ੍ਰਹਿਣ ਕਰਨ ਦੀ ਸ਼ਕਤੀ। ਤਾਂ ਮੀਡੀਆ ਸੰਦੇਸ਼ਾਂ ਦੇ ਕਈ ਵਾਰੀ ਇਹੋ ਜਿਹੇ ਨਕਾਰਾਤਮਕ ਪ੍ਰਭਾਵ ਹੈ ਜਿਹੜੇ ਉਹ ਵੀ ਪੈ ਜਾਂਦੇ ਹੈ। ਵਿਦਿਆਰਥੀ ਜਿਹੜੇ ਕਿਸ਼ੋਰ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸੰਵੇਦਨਹੀਨਤਾ ਪੈਦਾ ਹੋ ਜਾਂਦੀ ਹੈ। ਜਦੋਂ ਵਿਅਕਤੀ ਵਾਰ-ਵਾਰ ਚੈਨਲ ਉੱਪਰ ਕੁੱਟਮਾਰ ਦੀਆਂ ਘਟਨਾਵਾਂ ਦੇਖਦੇ ਨੇ, ਉਹਨਾਂ ਦੇ ਵਿੱਚ ਕਠੋਰਤਾ ਆ ਜਾਂਦੀ ਹੈ, ਉਹਨਾਂ ਦੀਆਂ ਕੋਮਲ ਭਾਵਨਾਵਾਂ ਨੇ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਨੇ। ਮਿਸਾਲ ਵਜੋਂ ਜਦੋਂ ਉਹ ਰੋਜ਼ ਵਾਰ-ਵਾਰ ਮਰਦੇ ਹੋਏ ਲੋਕਾਂ ਨੂੰ ਦੇਖੇਗਾ ਤਾਂ ਉਸ ਵਿੱਚ ਮੌਤ ਦਾ ਗਮ ਦਾ ਭਾਵ ਨਹੀਂ ਰਹੇਗਾ। ਉਸ ਤੋਂ ਬਾਅਦ ਜੋਖਮ ਭਰਪੂਰ ਕਿਸ਼ੋਰ ਵਿਵਹਾਰ। ਕਈ ਵਾਰੀ ਟੀਵੀ ਦੇ ਉੱਪਰ ਜਾਂ ਮੀਡੀਆ ਦੇ ਉੱਪਰ ਇਹੋ ਜਿਹੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਜਿਨ੍ਹਾਂ ਦਾ ਕਿਸ਼ੋਰ ਅਵਸਥਾ ਦੇ ਉੱਪਰ ਜਿਹੜਾ ਬਹੁਤਾ ਵਧੀਆ ਪ੍ਰਭਾਵ ਨਹੀਂ ਪੈਂਦਾ। ਤਾਂ ਇਸ ਤਰ੍ਹਾਂ ਕਿਸ਼ੋਰ ਛੋਟੀ ਉਮਰ ਦੇ ਵਿੱਚ ਸਰੀਰਕ ਸੰਬੰਧ ਜਿਹੜੀਆਂ ਹੈ ਇਹੋ ਜਿਹੀਆਂ ਚੀਜ਼ਾਂ ਜਦੋਂ ਦੇਖਦਾ ਹੈ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹੋ ਜਿਹੀ ਲਾਲਸਾ ਜਿਹੜੀ ਪੈਦਾ ਹੋ ਜਾਂਦੀ ਹੈ। ਤਾਂ ਇਹਦੇ ਕਰਕੇ ਕੀ ਹੈ, ਇਹਨਾਂ ਚੀਜ਼ਾਂ ਦਾ ਵਾਰ-ਵਾਰ ਪ੍ਰਯੋਗ ਕਰਨ ਦੇ ਨਾਲ ਉਹਨਾਂ ਦੇ ਚਰਿੱਤਰ ਵਿੱਚ, ਉਹਨਾਂ ਦੇ ਵਿਵਹਾਰ ਦੇ ਵਿੱਚ ਅਤੇ ਕਈ ਵਾਰੀ ਉਹਨਾਂ ਦੀ ਜਾਨ ਦਾ ਖਤਰਾ ਵੀ ਉਹਨਾਂ ਨੂੰ ਪੈਦਾ ਹੋ ਜਾਂਦਾ ਹੈ। ਉਸ ਤੋਂ ਬਾਅਦ ਸਿਹਤ ਉੱਪਰ ਬੁਰਾ ਪ੍ਰਭਾਵ। ਮੀਡੀਆ ਦਾ ਜਿਹੜੀ ਸਮੱਗਰੀ ਹੈ ਪੇਸ਼ ਕੀਤੀ ਜਾਂਦੀ ਹੈ ਉਸ ਦਾ ਕਿਸ਼ੋਰਾਂ ਦੀ ਸਿਹਤ ਦੇ ਉੱਪਰ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜਿਵੇਂ ਜਿਹੜੇ ਕਿਸ਼ੋਰ ਵਧੇਰੇ ਸਿਗਰਟ ਨੋਸ਼ੀ, ਨਸ਼ੇ ਆਦਿ ਦੀ ਵਰਤੋਂ ਵਾਲੇ ਦ੍ਰਿਸ਼ ਲਗਾਤਾਰ ਦੇਖਦੇ ਰਹਿੰਦੇ ਆ ਤਾਂ ਉਹ ਖੁਦ ਵੀ ਨਸ਼ਾ ਕਰਨ ਦੇ ਲਈ ਉਹ ਪ੍ਰੇਰਿਤ ਹੋ ਜਾਂਦੇ ਆ। ਇਸ ਕਰਕੇ ਨਸ਼ੇ ਦੇ ਕਰਕੇ ਉਹਨਾਂ ਦੀ ਸਿਹਤ ਦੇ ਉੱਪਰ ਵੀ ਮਾੜਾ ਪ੍ਰਭਾਵ ਪੈ ਜਾਂਦਾ ਹੈ। ਉਸ ਤੋਂ ਬਾਅਦ ਹਿੰਸਾ ਵਧਾਉਂਦੇ ਨੇ। ਕਈ ਵਾਰੀ ਮੀਡੀਆ ਦੇ ਵਿੱਚ ਇਹੋ ਜਿਹੇ ਸੰਦੇਸ਼ ਦਿੱਤੇ ਜਾਂਦੇ ਨੇ ਜਿਹੜੇ ਕਿਸ਼ੋਰਾਂ ਨੂੰ ਭੜਕਾਊ ਸੰਦੇਸ਼ ਵੱਲ ਲੈ ਕੇ ਜਾਂਦੇ ਨੇ। ਕਿਸ਼ੋਰਾਂ ਨੂੰ ਭੜਕਾਉਣ ਵਾਲੀਆਂ ਮੰਨ ਲਓ ਘਟਨਾਵਾਂ ਦਿਖਾਈਆਂ ਜਾਂਦੀਆਂ ਨੇ, ਲਗਾਤਾਰ ਉਹ ਇਹੋ ਜਿਹੀਆਂ ਘਟਨਾਵਾਂ ਵੇਖਦੇ ਨੇ, ਲਗਾਤਾਰ ਉਹਨਾਂ ਨੂੰ ਇਹੋ ਜਿਹੀਆਂ ਮਸਾਲਾ ਲਾ ਕੇ ਖਬਰਾਂ ਪੇਸ਼ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਉਹਨਾਂ ਦਾ ਜਿਹੜਾ ਮਨ ਹੈ ਜਿਹੜਾ ਉਹ ਭੜਕ ਜਾਂਦਾ ਹੈ ਅਤੇ ਉਹ ਹਿੰਸਾ ਕਰਨ ਦੇ ਲਈ ਆਪਣੇ ਆਪ ਨੂੰ ਮਜਬੂਰ ਕਰ ਲੈਂਦੇ ਨੇ। ਉਸ ਤੋਂ ਬਾਅਦ ਅਸਹਿਣਸ਼ੀਲਤਾ ਵੱਧਦੀ ਹੈ। ਆਮ ਤੌਰ 'ਤੇ ਵੇਖਣ ਦੇ ਵਿੱਚ ਕੀ ਆਉਂਦਾ ਹੈ ਕਿ ਘੱਟ ਗਿਣਤੀਆਂ ਅਤੇ ਕਮਜ਼ੋਰ ਸਮਾਜਿਕ ਸਮੂਹਾਂ ਪ੍ਰਤੀ ਅਸਹਿਣਸ਼ੀਲਤਾ ਦਾ ਵਤੀਰਾ ਜਿਹੜਾ ਅਪਣਾਇਆ ਜਾਂਦਾ ਹੈ। ਖੋਜ ਇਹੀ ਦੱਸਦੀ ਹੈ ਕਿ ਕਿਸ਼ੋਰ ਵਧੇਰੇ ਫਿਲਮਾਂ ਤੋਂ ਪ੍ਰਭਾਵਿਤ ਹੁੰਦੇ ਆ ਅਤੇ ਨਸਲੀ ਪਛਾਣ ਪ੍ਰਤੀ ਚੇਤੰਨ ਹੁੰਦੇ ਨੇ। ਜੇਕਰ ਕਿਸੇ ਫਿਲਮ ਵਿੱਚ ਘੱਟ ਗਿਣਤੀਆਂ ਪ੍ਰਤੀ ਚੰਗਾ ਵਿਵਹਾਰ ਵਿਖਾਇਆ ਗਿਆ ਹੋਵੇ ਤਾਂ ਬੱਚੇ ਉਹਨਾਂ ਘੱਟ ਗਿਣਤੀਆਂ ਅਤੇ ਹੋਰ ਨਸਲਾਂ ਪ੍ਰਤੀ ਸਦਭਾਵਨਾ ਵਿਖਾਉਣਾ ਸਿੱਖਣਗੇ। ਆਮ ਤੌਰ 'ਤੇ ਫਿਲਮਾਂ ਦੇ ਵਿੱਚ ਜਾਂ ਮੀਡੀਆ ਸੰਦੇਸ਼ਾਂ ਦੇ ਵਿੱਚ ਜਦੋਂ ਨਸਲੀ ਵਿਤਕਰਾ ਜਿਹੜਾ ਦਿਖਾਇਆ ਜਾਂਦਾ ਹੈ ਤਾਂ ਉਹਦੇ ਨਾਲ ਹੀ ਜਿਹੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਅਸਹਿਣਸ਼ੀਲਤਾਵਾਂ ਪੈਦਾ ਹੋ ਜਾਂਦੀਆਂ ਨੇ ਜਿਹਦੇ ਕਰਕੇ ਕਿਸ਼ੋਰ ਨੇ ਜਿਹੜੇ ਜਾਂ ਸਾਥੀ ਨੇ ਉਹਨਾਂ ਵਿੱਚ ਜਿਹੜੀਆਂ ਮਾੜੀਆਂ ਭਾਵਨਾਵਾਂ ਦਾ ਵਿਕਾਸ ਹੁੰਦਾ ਹੈ ਜਿਹਦੇ ਕਰਕੇ ਉਹ ਅਸਹਿਣਸ਼ੀਲਤਾ ਆਪਣੀ ਵਧਾ ਲੈਂਦੇ ਨੇ। ਸਮਾਜਿਕ ਪਛਾਣ ਉੱਪਰ ਦਬਾਅ। ਵਿਅਕਤੀ ਇੱਕ ਸਮਾਜਿਕ ਪ੍ਰਾਣੀ ਹੈ, ਪਰ ਕਈ ਵਾਰੀ ਸੰਚਾਰ ਸਾਧਨਾਂ ਰਾਹੀਂ ਕਿਸੇ ਵਿਅਕਤੀ ਦੀ ਪਛਾਣ ਨੂੰ ਠੇਸ ਵੀ ਪਹੁੰਚਦੀ ਹੈ ਜਾਂ ਉਸ ਨੂੰ ਕਿਸੇ ਮਕਸਦ ਲਈ ਵਰਤਿਆ ਜਾਂਦਾ ਹੈ ਤਾਂ ਜਾਂ ਫਿਰ ਉਹ ਕਈ ਵਾਰੀ ਕਿਸੇ ਦਬਾਅ ਦੇ ਵਿੱਚ ਵੀ ਆ ਜਾਂਦਾ ਹੈ ਜਿਹਦੇ ਕਰਕੇ ਉਹਦੀ ਪਛਾਣ ਦੇ ਉੱਪਰ, ਉਹਦੀ ਆਇਡੈਂਟੀਟੀ ਦੇ ਉੱਪਰ ਬੁਰਾ ਪ੍ਰਭਾਵ ਪੈ ਜਾਂਦਾ ਹੈ। ਸਮਾਜਿਕ ਬੁਰਾਈਆਂ ਵਿੱਚ ਵਾਧਾ। ਅਜੋਕੇ ਸੰਚਾਰ ਸਾਧਨਾਂ ਵੱਖ-ਵੱਖ ਖਬਰਾਂ ਅਤੇ ਵਿਸ਼ੇਸ਼ ਕਹਾਣੀਆਂ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਤਰ੍ਹਾਂ ਕੁਝ ਸਮਾਜਿਕ ਬੁਰਾਈਆਂ ਵਿੱਚ ਵੀ ਵਾਧਾ ਹੁੰਦਾ ਹੈ ਜਿਵੇਂ ਕਿ ਧੋਖਾ, ਬੇਵਫਾਈ, ਹਿੰਸਾ ਅਤੇ ਨਜਾਇਜ਼ ਸਰੀਰਕ ਸੰਬੰਧ ਆਦਿ ਬੁਰਾਈਆਂ। ਮਤਲਬ ਮੀਡੀਆ ਸੰਦੇਸ਼ਾਂ ਦੁਆਰਾ ਬਹੁਤ ਕੁਝ ਇਹੋ ਜਿਹੀਆਂ ਬੁਰਾਈਆਂ, ਬਹੁਤ ਕੁਝ ਇਹੋ ਜਿਹਾ ਭੈੜਾ ਦਿਖਾਇਆ ਜਾਂਦਾ ਹੈ ਜਿਹਦਾ ਕਿਸ਼ੋਰਾਂ ਦੇ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ। ਤਾਂ ਸਮਾਜਿਕ ਤੌਰ 'ਤੇ ਇਹ ਬੁਰਾਈਆਂ ਨੂੰ ਵੀ ਪਹਿਲ ਦੇਣ ਦੇ ਹੱਕ ਵਿੱਚ ਕਈ ਵਾਰੀ ਖੜ੍ਹੇ ਹੋ ਜਾਂਦੇ ਨੇ, ਬੁਰਾਈਆਂ ਨੂੰ ਇਹ ਸਪੋਰਟ ਕਰਨ ਲੱਗ ਜਾਂਦੇ ਨੇ, ਬੁਰਾਈਆਂ ਦੇ ਉੱਪਰ ਇਹਨਾਂ ਦਾ ਫੋਕਸ ਹੈ ਜਿਹੜਾ ਉਹ ਵੱਧ ਜਾਂਦਾ ਹੈ। ਇਸ ਤਰ੍ਹਾਂ ਅੱਜ ਦਾ ਸਾਡਾ ਇਹ ਵਿਸ਼ਾ ਸੀ ਕਿ ਪਛਾਣ ਨਿਰਮਾਣ ਦੇ ਉੱਪਰ, ਆਇਡੈਂਟੀਟੀ ਦੇ ਉੱਪਰ, ਸਾਡੀ ਆਇਡੈਂਟੀਟੀ ਫਾਰਮੇਸ਼ਨ ਦੇ ਉੱਪਰ ਮੀਡੀਆ ਸੰਦੇਸ਼ਾਂ ਦਾ ਅਤੇ ਸਾਡੇ ਸਾਥੀ ਸਮੂਹ ਦਾ ਕੀ ਪ੍ਰਭਾਵ ਪੈਂਦਾ ਹੈ। ਪ੍ਰਭਾਵ ਦੋਨਾਂ ਤਰ੍ਹਾਂ ਦੇ ਪੈਂਦੇ ਆ, ਪੋਜ਼ੀਟਿਵ ਪ੍ਰਭਾਵ ਵੀ ਅਤੇ ਨੈਗੇਟਿਵ ਪ੍ਰਭਾਵ ਵੀ। ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।